ਸਾਜਨ ਦੇਸ ਵਿਦੇਸੀ ਅੜੇ ਸਾਨੇਹੜੇ ਦੇਂਦੀ ਸਾਜਨ ਦੇਸ ਵਿਦੇਸੀ ਅੜੇ ਸਾਨੇਹੜੇ ਸਾਜਨ ਦੇਸ ਵਿਦੇਸੀ ਅੜੇ ਸਾਨੇਹੜੇ ਦੇਂਦੀ ਸਾਜਨ ਦੇਸ ਵਿਦੇਸੀ ਅੜੇ ਸਾਨੇਹੜੇ ਦੇਂਦੀ ਸਾਜਨ ਦੇਸ ਵਿਦੇਸੀ ਅੜੇ ਸਾਰ ਸੰਭਾਲੇ ਤਿਨ ਸੱਜਣਾ ਮੁੰਦ ਨੈਣ ਭਰੇਂਦੀ ਸਾਰ ਸੰਭਾਲੇ ਤਿਨ ਸੱਜਣਾ ਮੁੰਦ ਨੈਣ ਭਰੇਂਦੀ ਸਾਰ ਸੰਭਾਲੇ ਤਿਨ ਸੱਜਣਾ ਮੁੰਦ ਨੈਣ ਭਰੇਂਦੀ ਸਾਜਨ ਦੇਸ ਵਿਦੇਸੀ ਅੜੇ ਸਾਨੇਹੜੇ ਦੇਂਦੀ ਸਾਜਨ ਦੇਸ ਵਿਦੇਸੀ ਅੜੇ ਸਾਨੇਹੜੇ ਦੇਂਦੀ ਮੁੰਦ ਨੈਣ ਭਰੇਂਦੀ ਗੁਣ ਸਾਰੇਂਦੀ 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 ਕਿਉਂ ਪ੍ਰਭ ਮਿਲਾ ਪਿਆਰੇ ਕਿਉਂ ਪ੍ਰਭ ਮਿਲਾ ਪਿਆਰੇ ਮਾਰਗ ਪੰਥ ਨਾ ਜਾਣੋ ਵਿਖੜਾ ਮਾਰਗ ਪੰਥ ਨਾ ਜਾਣੋ ਵਿਖੜਾ ਮਾਰਗ ਪੰਥ
संभाले तिन सजना मुंद नैन भरे दी साजन देव देसी हटे सारे हटे देवी साजन देव देसी हटे सारे हटे देवी सतगुर सबदी मिलै विचुन्नी सतगुर सबदी मिलै विचुन्नी सतगुर सबदी मिलै विचुन्नी सतगुर सबदी मिलै विचुन्नी तन मन आगे राखे तन मन आके राखे नानक अमृत बिरख महारस फलिया अमृत बिरख महारस फलिया नानक अमृत बिरख महारस फलिया अमृत बिरख महारस फलिया मिल प्रीतम रस जाते मिल प्रीतम रस जाते साजन देश वदेसी हटे सारे हटे देवी साजन देश वदेसी हटे सारे सार संभाले तिन सजना मुंद नैन भरे दी सार संभाले तिन सजना मुंद नैन भरे दी सार संभाले तिन सजना साजन देश वदेसी हटे सारे हटे देवी साजन देश वदेसी हटे सारे हटे देवी साजन देश वदेसी हटे साजन देश वदेसी हटे सारे हटे देवी वाहिगुरु जुगो जुग अटल तख्त चौर छत्र दे मालक दीन दुनी के साहिब बाणी गुरु शब्द गुरु धन 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 सतगुरु साहिब श्री गुरु ग्रंथ साहिब सच्चे पातशाह जी की पावन हजूरी अंदर जुड़ बैठी गुरु रूप साध संगत जी आओ सब तो पहला सतगुरां दे चरनां ते सीस धरिए कोई भी रसना वांझी ना रहे सारे प्यार नाल फतेह दी सांझ पाओ जी। वाहिगुरु जी का खालसा वाहिगुरु जी की फतेह। सतगुरां दी महान कृपालता दा सदका
ਆਪ ਜੀ ਸਮੁੱਚੀ ਸੰਗਤ ਦੁਨਿਆਵੀ ਧੰਦਿਆਂ ਨੂੰ ਸੰਕੋਚ ਕੇ ਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਚੇਤੇ ਕਰਦਿਆਂ ਹੋਇਆਂ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਮ ਕੇ ਦਾਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚੇ ਹੋ। ਆਓ ਜਿੰਨਾ ਕੁ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਮਨ ਦੀ ਇਕਾਗਰਤਾ ਅੰਦਰ ਦਾ ਟਿਕਾਓ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਮੰਗੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਾਰੀਆਂ ਸੰਗਤਾਂ ਇੱਕ ਵਾਰੀ ਮਿਲ ਕੇ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਸਾਰੇ ਬੋਲੋ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੇ ਮੁਤਾਬਕ ਇਹ ਮਨੁੱਖਾ ਸਰੀਰ ਸਭ ਤੋਂ ਕੀਮਤੀ, ਸਭ ਤੋਂ ਅਨਮੋਲ ਹੈ। ਇਸ ਧਰਤੀ ਦੀ ਬਾਦਸ਼ਾਹ ਜੋਨੀ ਇਸ ਮਨੁੱਖਾ ਸਰੀਰ ਨੂੰ ਸਤਿਗੁਰਾਂ ਦੀ ਬਾਣੀ ਨੇ ਕਥਨ ਕੀਤਾ। ਪਰ ਮਨੁੱਖੀ ਜੀਵਨ ਦੀ ਇੱਕ ਬਹੁਤ ਵੱਡੀ ਵਿਡੰਬਣਾ ਹੈ। ਬਹੁਤ ਘੱਟ ਸੰਸਾਰ ਦੇ ਉੱਤੇ ਐਸੇ ਮਨੁੱਖ ਹਨ ਜਿਨ੍ਹਾਂ ਨੂੰ ਵਕਤ ਦੇ ਹੁੰਦਿਆਂ, ਜੀਵਨ ਦੇ ਹੁੰਦਿਆਂ ਜੋ ਜੀਵਨ ਦੀਆਂ ਵਡਮੁੱਲੀਆਂ ਦਾਤਾਂ ਹਨ ਉਹਨਾਂ ਦੀ ਕਦਰ ਹੁੰਦੀ ਹੈ, ਉਹਨਾਂ ਦੀ ਜਾਣਕਾਰੀ ਹੁੰਦੀ ਹੈ ਅਤੇ ਉਹ ਵਕਤ ਦੇ ਅਨਮੋਲ ਪਲਾਂ ਨੂੰ ਸੰਭਾਲ ਕੇ ਆਪਣੇ ਜੀਵਨ ਦੇ ਹੁੰਦਿਆਂ ਹੁੰਦਿਆਂ ਕੁਝ ਵੱਡੀਆਂ ਪ੍ਰਾਪਤੀਆਂ ਕਰ ਲੈਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੁਝ ਉਦਾਹਰਣਾਂ ਦੇ ਕੇ ਸਾਡੇ ਅਚੇਤ ਮਨ ਨੂੰ ਸੁਚੇਤ ਕਰਨ ਦੀ ਮਹਾਨ ਕਿਰਪਾਲਤਾ ਕੀਤੀ ਹੈ। ਜੈਸੇ ਹੀਰਾ ਹਾਥ ਮੇਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਭਾਈ ਸਾਹਿਬ ਜੀ ਕਹਿੰਦੇ ਹੀਰਾ ਜਿਹੜਾ ਨਾ, ਉਹਦਾ ਆਕਾਰ ਬੜਾ ਛੋਟਾ ਹੈ, ਉਹਦਾ ਭਾਰ, ਉਹਦਾ ਵਜ਼ਨ ਵੀ ਕਈ ਵਾਰੀ ਬਹੁਤ ਘੱਟ ਹੁੰਦਾ ਹੈ, ਪਰ ਉਸ ਹੀਰੇ ਦੀ ਕੀਮਤ, ਉਹਦਾ ਮੁੱਲ ਬਹੁਤ ਵੱਡਾ ਹੈ। ਜਦੋਂ ਉਸ ਹੀਰੇ ਨੂੰ ਵੇਚਿਆ ਜਾਂਦਾ, ਉਹਦੇ ਆਕਾਰ ਦਾ ਸੌਦਾ ਨਹੀਂ ਹੁੰਦਾ, ਉਹਦੇ ਭਾਰ ਦਾ ਸੌਦਾ ਨਹੀਂ ਹੁੰਦਾ, ਉਹਦੇ ਗੁਣਾਂ ਦਾ, ਉਹਦੀ ਚਮਕ ਦਾ ਸੌਦਾ ਹੁੰਦਾ। ਤੇ ਭਾਈ ਸਾਹਿਬ ਜੀ ਕਹਿੰਦੇ ਜਦੋਂ ਉਸ ਹੀਰੇ ਨੂੰ ਕਿਸੇ ਜੌਹਰੀ ਦੇ ਪਾਸ ਜਾ ਕੇ ਵੇਚਿਆ ਜਾਂਦਾ, ਬਹੁਤ ਸਾਰੀ ਮਾਇਆ ਹੀਰੇ ਨੂੰ ਵੇਚਣ ਵਾਲੇ ਨੂੰ ਪ੍ਰਾਪਤ ਹੋ ਜਾਂਦੀ ਹੈ। ਜੈਸੇ ਬਰ ਬਾਂਧੇ ਹੁੰਡੀ ਲਾਗਤ ਨਾ ਭਾਰ ਕਛੂ, ਆਗੇ ਜਾਏ ਪਾਈਅਤ ਲక్ష్ਮੀ ਅਪਾਰ ਜੀ। ਕਹਿੰਦੇ ਇੱਕ ਬੈਂਕ ਦਾ ਜਿਹੜਾ ਚੈੱਕ ਹੁੰਦਾ ਉਹਦਾ ਭਾਰ ਬੜਾ ਤੁੱਛ ਜਿਹਾ ਹੈ, ਪਰ ਜਦੋਂ ਉਸ ਨੂੰ ਲਿਜਾ ਕੇ ਕੋਈ ਕੈਸ਼ ਕਰਾਉਂਦਾ ਹੈ, ਬਹੁਤ ਸਾਰੀ ਮਾਇਆ ਉਸ ਚੈੱਕ ਨੂੰ ਕੈਸ਼ ਕਰਾਉਣ ਵਾਲੇ ਨੂੰ ਪ੍ਰਾਪਤ ਹੋ ਜਾਂਦੀ ਹੈ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੈ ਬਿਬਦ ਕਰੈ ਬਿਰਖਾ ਵਿਸਥਾਰ ਜੀ। ਕਹਿੰਦੇ ਬੋੜ ਦੇ ਰੁੱਖ ਦਾ ਜਿਹੜਾ ਬੀਜ ਹੈ ਉਹ ਬੜਾ ਛੋਟਾ ਜਿਹਾ ਹੈ, ਪਰ ਉਸ ਬੀਜ ਨੂੰ ਜਦੋਂ ਧਰਤੀ ਦੇ ਵਿੱਚ ਬੀਜਿਆ ਜਾਂਦਾ, ਉਹਦੇ ਵਿੱਚੋਂ ਬਹੁਤ ਵੱਡਾ ਵਿਸ਼ਾਲ ਰੁੱਖ ਪੈਦਾ ਹੋ ਸਕਦਾ। ਇਸੇ ਤਰ੍ਹਾਂ ਜੀਵਨ ਦੇ ਹੁੰਦਿਆਂ ਸਤਿਗੁਰਾਂ ਦੀ ਬਾਣੀ, ਗੁਰੂ ਕੇ ਬਚਨ, ਗੁਰਸਿੱਖਾਂ ਦਾ ਜਿਹੜਾ ਉਪਦੇਸ਼ ਹੈ ਨਾ, ਬਹੁਤ ਘੱਟ ਲੋਕਾਂ ਨੂੰ ਉਹਦੇ ਉੱਤੇ ਭਰੋਸਾ ਵੱਧਦਾ, ਕਦਰ ਆਉਂਦੀ ਹੈ ਹਿਰਦਿਆਂ ਦੇ ਵਿੱਚ। ਪਰ ਜਦੋਂ ਹਰੀ ਦੇ ਦੁਆਰੇ ਉੱਤੇ ਜਾਈਦਾ ਹੈ, ਫਿਰ ਇਹਨਾਂ ਘੜੀਆਂ ਦਾ ਜਦੋਂ ਮੁੱਲ ਪੈਂਦਾ ਹੈ, ਫਿਰ ਪਤਾ ਲੱਗਦਾ ਇਹ ਵਕਤ ਕਿੰਨਾ ਕੁ ਕੀਮਤੀ, ਗੁਰੂ ਦੇ ਬਚਨ ਕਿੰਨੇ ਅਨਮੋਲ ਹਨ। ਤੈਸੇ ਗੁਰ ਬਚਨ ਸਚਨ ਗੁਰ ਸਿੱਖਨ, ਮੈਂ ਜਾਨੀਐ ਮਹਾਤਮ ਗਏ ਹੀ ਹਰ ਦਵਾਰ ਜੀ। ਜਦੋਂ ਹਰੀ ਦੇ ਦੁਆਰੇ ਉੱਤੇ ਜਾਵਾਂਗੇ, ਵਾਹਿਗੁਰੂ ਦੇ ਸਾਹਮਣੇ ਜਾਵਾਂਗੇ,
ਫਿਰ ਇਹਨਾਂ ਘੜੀਆਂ ਦੀ ਜਿਹੜੀ ਕੀਮਤ ਹੈ ਉਹ ਬਹੁਤ ਵੱਡਮੁੱਲੀਆਂ ਦਾਤਾਂ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਣੀ ਹੈ। ਭਗਤ ਕਬੀਰ ਜੀ ਦੇ ਬੜੇ ਪਿਆਰੇ ਬਚਨ, ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸਤੇ ਜੋ ਕੀਨੋ ਸੋ ਲਾਭ। ਆਓ ਐਸਾ ਲਾਹਾ ਕੱਟਣ ਵਾਸਤੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜੇ ਹਾਂ। ਬੜੇ ਪਿਆਰ ਦੇ ਨਾਲ ਸਾਹਿਬਾਂ ਦੀ ਪਵਿੱਤਰ ਬਾਣੀ ਦਾ ਕੀਰਤਨ ਆਪਾਂ ਸਾਰਿਆਂ ਨੇ ਰਲ ਕੇ ਕੀਤਾ ਹੈ। ਪਿਆਰੇ ਨੂੰ ਇੱਕ ਸੱਦ ਭੇਜੀ ਗਈ ਹੈ ਦਿਲ ਦੀ ਦੁਨੀਆ ਦੇ ਵਿੱਚੋਂ, ਇੱਕ ਸੁਨੇਹਾ ਘੱਲਿਆ ਗਿਆ ਹੈ, ਇੱਕ ਚਿੱਠੀ ਭੇਜੀ ਗਈ ਹੈ। ਇਹ ਮੇਰੇ ਵਾਹਿਗੁਰੂ, ਤੂੰ ਵਸਦਾ ਤੇ ਮੇਰੇ ਹਿਰਦੇ ਰੂਪੀ ਦੇਸ਼ ਦੇ ਵਿੱਚ ਹੀ ਹੈ, ਪਰ ਆਪਣੀ ਅਗਿਆਨਤਾ ਦੇ ਕਾਰਨ, ਹਾਮੈ ਦੇ ਕਾਰਨ, ਅਵਿਦਿਆ ਦੇ ਕਾਰਨ ਤੈਨੂੰ ਪ੍ਰਦੇਸ਼ ਵਿੱਚ ਵਸਦਾ ਹੋਇਆ ਸਮਝ ਕੇ ਮੈਂ ਦਿਨ ਰਾਤ ਤੈਨੂੰ ਸੁਨੇਹੇ ਭੇਜਦਾ, ਤੈਨੂੰ ਆਵਾਜ਼ਾਂ ਦਿੰਦਾ। ਆਵਾਜ਼ ਦੇਣੀ, ਅਰਦਾਸ ਕਰਨੀ, ਸੁਨੇਹਾ ਭੇਜਣਾ ਬੜਾ ਜ਼ਰੂਰੀ ਹੈ ਗੁਰਮੁਖੋ। ਜਿਹਦੇ ਨਾਲ ਪਿਆਰ ਹੋਵੇ ਪਰ ਮਿਲਾਪ ਨਾ ਹੋਵੇ, ਪ੍ਰੀਤ ਹੋਵੇ ਪਰ ਨੇੜਤਾ ਨਾ ਹੋਵੇ, ਉਸ ਨੂੰ ਆਪਾਂ ਸੁਨੇਹੇ ਭੇਜਦੇ ਹਾਂ ਕਿ ਆ ਸੱਜਣਾ ਤੂੰ ਸਾਨੂੰ ਆ ਕੇ ਮਿਲ, ਤੇਰੇ ਤੋਂ ਬਗੈਰ ਸਾਡਾ ਜੀਵਨ ਸੁੰਝਾ ਹੈ, ਸਾਡਾ ਜੀਵਨ ਅਧੂਰਾ ਹੈ। ਤੂੰ ਸਾਡੇ ਜੀਵਨ ਵਿੱਚ ਆ ਕੇ ਪ੍ਰਗਟ ਹੋ, ਸਾਡੇ ਜੀਵਨ ਦੇ ਸਾਰੇ ਘਾਟੇ ਸੰਪੂਰਨ ਹੋ ਜਾਣ, ਸਾਡੇ ਜੀਵਨ ਦੀਆਂ ਸਾਰੀਆਂ ਖਾਮੀਆਂ ਤੇ ਕਮੀਆਂ ਭਰ ਜਾਣ। ਮੇਰੇ ਪ੍ਰੀਤਮਾ, ਤੂੰ ਇੱਕ ਵਾਰੀ ਆ ਸਾਡੇ ਜੀਵਨ ਦੇ ਵਿੱਚ ਆ ਕੇ ਆਪਣੀ ਨੇੜਤਾ ਦਾ ਅਹਿਸਾਸ ਕਰਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਾਜਨ ਦੇਸ ਵਿਦੇਸੀ ਅੜੇ ਸਾ ਨੇਹੜੇ ਦਿੰਦੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਭਾਵਨਾ ਨਾਲ, ਪਿਆਰ ਨਾਲ, ਸ਼ਰਧਾ ਤੇ ਸਤਿਕਾਰ ਨਾਲ ਪੜ੍ਹਦੇ ਹਾਂ, ਗੁਰਮੁਖੋ ਸਤਿਗੁਰਾਂ ਦੀ ਪਵਿੱਤਰ ਬਾਣੀ ਇੱਕ ਨਿਰਾਲੇ ਰੂਪ ਦੇ ਵਿੱਚ, ਇੱਕ ਵਿਲੱਖਣ ਰੂਪ ਦੇ ਵਿੱਚ ਉਸ ਵਾਹਿਗੁਰੂ ਦੇ ਨਾਲ ਸਾਡੀ ਗੱਲ ਕਰਾਉਂਦੀ ਹੈ। ਮੇਰੇ ਸਾਹਿਬ ਜੀ ਨੇ ਬਹੁਤਾਤ ਵਿੱਚ ਜਿਹੜੀ ਬਾਣੀ ਉਚਾਰਨ ਕੀਤੀ ਹੈ ਨਾ, ਉਹ ਇਸਤਰੀ ਰੂਪ ਦੇ ਵਿੱਚ ਕੀਤੀ ਹੈ, ਕਿਉਂਕਿ ਗੁਰਮਤਿ ਦਾ ਇਹ ਮੰਨਣਾ ਹੈ ਆਪਾਂ ਸਾਰੇ ਹੀ ਪ੍ਰਮਾਤਮਾ ਦੇ ਘਰ ਦੀਆਂ ਇਸਤਰੀਆਂ ਹਾਂ। ਇਸ ਦੁਨੀਆ ਦੇ ਵਿੱਚ ਇੱਕੋ ਇੱਕ ਵਾਹਿਗੁਰੂ ਉਹ ਮਰਦ ਹੈ, ਬਾਕੀ ਸਾਰਾ ਸੰਸਾਰ ਇਸਤਰੀ ਰੂਪ ਚੇਰੀ ਕੀ ਨਿਆਈ ਗੁਰੂ ਪਾਤਸ਼ਾਹ ਜੀ ਨੇ ਮੰਨਿਆ ਹੈ। ਇੱਕ ਬੇਨਤੀ ਹੋਰ ਸਮਝ ਲਿਓ, ਇਸਤਰੀ ਦਾ ਜਨਮ ਤੋਂ ਲੈ ਕੇ ਹੀ ਇਹ ਸੰਸਕਾਰ ਪੱਕ ਜਾਂਦਾ ਹੈ, ਉਹਦੇ ਮਾਪੇ ਪਕਾ ਦਿੰਦੇ ਨੇ, ਉਹਦੇ ਸਮਾਜ ਦਾ ਆਲਾ ਦੁਆਲਾ ਉਹਨੂੰ ਸਮਝਾ ਦਿੰਦਾ ਹੈ। ਹੇ ਮੇਰੀਏ ਬੱਚੀਏ, ਮੇਰੀਏ ਧੀਏ, ਇਹ ਬਾਬਲ ਦਾ ਵਿਹੜਾ ਛੱਡ ਕੇ ਤੂੰ ਇੱਕ ਦਿਨ ਆਪਣੇ ਪਤੀ ਦੇ ਘਰ ਵਿੱਚ ਜਾਣਾ ਹੈ। ਇਸ ਘਰ ਨੂੰ ਛੱਡ ਕੇ ਕਿਸੇ ਹੋਰ ਘਰ ਦੇ ਵਿੱਚ ਜਾ ਕੇ ਤੇਰਾ ਰਹਿਣ ਬਸੇਰਾ ਹੋਣਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵੀ ਇਹੀ ਸਾਨੂੰ ਸਮਝਾ ਰਹੀ ਹੈ। ਭਾਈ, ਜੇ ਪਰਮ ਪਿਤਾ ਪਰਮਾਤਮਾ ਤੇਰਾ ਪਤੀ ਹੈ ਤੇ ਇਹ ਸੰਸਾਰ ਜਿਹੜਾ ਤੂੰ ਆਪਣਾ ਘਰ ਮੰਨੀ ਬੈਠਾ ਹੈ, ਇਹ ਵੀ ਤੇਰਾ ਪੇਕਾ ਘਰ ਹੈ, ਇਹਨੂੰ ਆਪਣਾ ਸਹੁਰਾ ਘਰ ਨਾ ਮੰਨ ਲਈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਵਾਰ-ਵਾਰ ਬਚਨ ਆਏ ਨੇ, ਸਭਨਾ ਸਹੁਰੇ ਵੰਜਣਾ ਸਭ ਮੁਖ ਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਭਾਈ ਗੁਰਦਾਸ ਜੀ ਤੇ ਬੜੇ ਪਿਆਰੇ ਬਚਨ ਕਰ ਰਹੇ ਨੇ। ਨਹਿਰ ਕੁਵਾਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਨਨ ਕੈ ਮਾਨੀਐ। ਕਹਿੰਦੇ ਬਾਬਲ ਦੇ ਘਰ ਵਿੱਚ ਬੱਚੀ ਦਾ ਹਰ ਔਗਣ ਪ੍ਰਵਾਨ ਹੋ ਜਾਂਦਾ ਹੈ, ਪਰ ਸਹੁਰਿਆਂ ਦੇ ਘਰ ਜਾ ਕੇ, ਪਤੀ ਦੇ ਘਰ ਵਿੱਚ ਜਾ ਕੇ ਉਸ ਹੀ ਬੱਚੀ ਨੂੰ ਸਤਿਕਾਰ ਮਿਲਦਾ ਜਿਹਦੇ ਵਿੱਚ ਗੁਣ ਹੋਣ। ਦਾਸ ਬੇਨਤੀ ਕਰ ਰਿਹਾ ਸੀ, ਗੁਰਸਿੱਖ ਨੇ ਇਸਤਰੀ ਰੂਪ ਦੇ ਵਿੱਚ ਅਰਦਾਸ ਕਰਨੀ ਹੈ ਤੇ ਅਰਦਾਸ ਦੇ ਅੰਦਰ ਭਾਵਨਾ ਇਹ ਹੋਣੀ ਚਾਹੀਦੀ ਹੈ, ਮੇਰੇ ਮਾਲਕਾ
हे मेरे परम पिता परमेश्वर, मैं संसार दे पेके घर नूं छड्ड के सदा वास्ते अपने निज घर विच, अपने असली घर विच जाना चाहुंदी हां। ते मेरे विच हिम्मत नहीं है, मेरे विच ताकत नहीं है, मेरे विच गुण नहीं हन कि जिन्हां गुणां दे नाल मैं तेरे घर विच प्रवान हो सकां। मैं ते सिर्फ संदेश भेजदी हां, अरदास करदी हां, सदा घलदी हां तेरे चरणां दे विच। मेरे मालका, तूं आप किरपा कर, मेरे औगणां नूं ना चितारदियां होइआं मैनूं तूं अपने घर दे विच निवास बख्श, मैनूं इत्थों लै जा, क्योंकि मेरे मन दे विच तेरे दर्शनां दा प्यार है, तेरे घर विच जाण दा चाह है। किवें बेनती करनी सतगुरु सच्चे पातशाह जी ने सानूं सिखाई है। सारी संगत बोलिओ, पहलों दास बोलेगा, फिर सारे वीर, तीसरे हिस्से विच भैणां नूं बेनती है, सारे गज वज के बोलो। धन गुरु ग्रंथ साहब सच्चे पातशाह जी ने सानूं उस वाहिगुरू दे चरणां दे नाल संबंध मनाउण वास्ते ये रूप बख्शिश कीता है, ये जगह बख्शिश कीती है साडी सुरत नूं, जिथे खलो के असीं आवाज़ देनी है ते इस रूप दे विच देनी है। मन बैराग भया दर्शन देखण का चाऊ, मन बैराग भया दर्शन देखण का चाऊ, मन बैराग भया दर्शन देखण का चाऊ। बोलो बैराग भया दर्शन देखण का चाऊ। मन बैराग भया दर्शन देखण का चाऊ, मन बैराग भया दर्शन देखण का चाऊ, मन बैराग भया दर्शन देखण का चाऊ, मन बैराग भया दर्शन देखण का चाऊ। देखण का चाओ दर्शन देखण का चाओ, देखण का चाओ दर्शन देखण का चाओ, देखण का चाओ दर्शन देखण का चाओ, देखण का चाओ दर्शन देखण का चाओ। दर्शन देखने का चाओ, देखण का चाओ दर्शन देखण का चाओ, दर्शन देखण का चाओ, देखण का चाओ, दर्शन देखण का चाओ, देखण का चाओ, दर्शन देखण का चाओ, देखण का चाओ। मन बैराग भया दर्शन देखण का चाऊ, मन बैराग भया दर्शन देखण का चाऊ, मन बैराग भया दर्शन देखण का चाऊ, मन बैराग भया दर्शन देखण का चाऊ। मन बैराग भया दर्शन देखण का चाऊ, धन सो तेरा थान जिचर वसिया कंत घर, तां जियो जियो सब कहात। मन दे विच बैराग उठिया ते बैराग ने एक चाह पैदा किया, एक उमाह पैदा किया मन विच। एक बेनती होर समझिओ गुरमुखो,
ਜਿਸ ਹਿਰਦੇ ਵਿੱਚੋਂ ਚਾਅ ਮੁੱਕ ਜੇ ਨਾ ਚਾਅ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਹਿਰਦਾ ਜਿਹੜਾ ਨਾ ਉਹ ਪੱਥਰ ਵਰਗਾ ਹੋ ਜਾਂਦਾ ਹੈ। ਧਿਆਨ ਦੇ ਕੇ ਸਮਝੋ ਗੁਰਮਤ ਨੂੰ। ਇਹ ਚਾਅ ਜਿਹੜਾ ਨਾ ਵਿਰਾਗ ਦੇ ਨਾਲ ਭਰਿਆ ਹੋਇਆ ਚਾਅ, ਜੇ ਸਾਡੇ ਜੀਵਨ ਵਿੱਚ ਚਾਅ ਨਹੀਂ ਤੇ ਬਾਕੀ ਜਿੰਨੇ ਆਪਾਂ ਕਰਮ ਕਰਦੇ ਆ ਉਹ ਸਾਨੂੰ ਥੋੜਾ ਬਹੁਤਾ ਸੁੱਖ ਦਾ ਅਹਿਸਾਸ ਤੇ ਕਰਾਉਣਗੇ, ਪਰ ਪਿਆਰੇ ਦੇ ਘਰ ਤੱਕ ਸਾਨੂੰ ਨਹੀਂ ਲੈ ਕੇ ਜਾ ਸਕਦੇ। ਬਾਬਾ ਫਰੀਦ ਜੀ ਦੇ ਪਾਵਨ ਬਚਨ ਧਿਆਨ ਨਾਲ ਪੜ੍ਹਿਓ। ਉਹ ਕਹਿਣ ਲੱਗੇ ਜੇ ਪਰਜਾ ਹੋਵੇ ਨਾ, ਪਰਜਾ, ਉਸ ਪਰਜਾ ਦਾ ਕੋਈ ਬਾਦਸ਼ਾਹ ਨਾ ਹੋਵੇ, ਕੋਈ ਰਾਜਾ ਨਾ ਹੋਵੇ, ਉਹ ਪਰਜਾ ਆਪ ਮੁਹਾਰੀ ਹੋ ਜਾਂਦੀ, ਆਪ ਹੁਦਰੀ ਹੋ ਜਾਂਦੀ ਹੈ। ਜਿੱਧਰ ਨੂੰ ਕਿਸੇ ਦਾ ਜੀ ਕਰਦਾ ਉਧਰ ਨੂੰ ਤੁਰੀ ਫਿਰਦੀ ਹੈ, ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੇ ਜੀਵਨ ਦੇ ਵਿੱਚ ਪ੍ਰਮਾਤਮਾ ਦਾ ਵਿਰਾਗ ਨਹੀਂ, ਚਾਅ ਨਹੀਂ, ਭਾਵੇਂ ਉਹ ਜਿੰਨੀ ਮਰਜ਼ੀ ਸੇਵਾ ਕਰੀ ਜਾਏ, ਮੱਥੇ ਟੇਕੀ ਜਾਏ, ਪਰਿਕਰਮਾ ਕਰੀ ਜਾਏ, ਵਿਰਾਗ ਦੀ ਜਿਹੜੀ ਅਵਸਥਾ ਹੈ ਨਾ, ਉਹਦੇ ਤੋਂ ਬਿਨਾਂ ਬਾਕੀ ਜਿੰਨੇ ਵੀ ਕਰਮ ਨੇ ਉਹ ਇਸੇ ਤਰ੍ਹਾਂ ਨੇ ਜਿਵੇਂ ਰਾਜੇ ਤੋਂ ਬਿਨਾਂ ਪਰਜਾ ਤੇ ਹੈ, ਪਰ ਉਸ ਪਰਜਾ ਨੂੰ ਸਾਂਭਣ ਵਾਲਾ ਕੋਈ ਰਾਜਾ ਨਹੀਂ। ਬਾਬਾ ਫਰੀਦ ਜੀ ਨੇ ਬਚਨ ਕੀਤੇ ਹੈ, ਬਿਰਹਾ ਬਿਰਹਾ ਆਖੀਐ। ਕਹਿੰਦੇ ਦੁਨੀਆ ਦੇ ਲੋਕ ਬਿਰਹਾ ਦੇ ਨਾਮ ਤੋਂ ਕੰਬਦੇ ਨੇ, ਕਹਿੰਦੇ ਵਿਛੋੜਾ ਨਾ ਪੈ ਜੇ ਕਿਤੇ ਸਾਨੂੰ। ਵਿਛੋੜੇ ਦਾ ਨਾਮ ਸੁਣਦਿਆਂ ਸਾਰ ਦੁਨੀਆ ਡਰਦੀ ਹੈ, ਪਰ ਬਾਬਾ ਫਰੀਦ ਜੀ ਕਹਿੰਦੇ ਮੈਂ ਉਸ ਬਿਰਹਾ ਦੀ ਗੱਲ ਕਰਦਾ, ਉਸ ਵਿਛੋੜੇ ਦੀ ਗੱਲ ਕਰਦਾ ਜਿਹੜਾ ਵਿਛੋੜਾ ਮੇਰੇ ਜੀਵਨ ਦੇ ਵਿੱਚ ਰਾਜਾ ਬਣ ਕੇ ਬੈਠਾ ਹੈ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਨ ਮਸਾਨ। ਕਹਿੰਦੇ ਦੁਨੀਆ ਦੇ ਲੋਕੀ ਵਿਛੋੜੇ ਦੇ ਨਾਂ ਤੋਂ ਡਰਦੇ ਨੇ, ਪਰ ਜਿੱਦਾਂ ਦੇ ਵਿਛੋੜੇ ਦਾ ਅਹਿਸਾਸ ਮੈਨੂੰ ਹੋਇਆ, ਮੈਨੂੰ ਇਦਾਂ ਲੱਗਦਾ ਕਿ ਉਹ ਪ੍ਰਭੂ ਦਾ ਵਿਛੋੜਾ ਜਿਹੜਾ ਨਾ ਉਹ ਸੁਲਤਾਨ ਦੀ ਤਰ੍ਹਾਂ, ਰਾਜੇ ਦੀ ਤਰ੍ਹਾਂ ਮੇਰੇ ਦਿਲ ਦੇ ਉੱਤੇ ਆਪਣਾ ਆਸਣ ਲਾ ਕੇ ਬੈਠਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਆ ਥੋੜਾ ਬਹੁਤਾ ਵਿਛੋੜਾ ਹੀ ਆ ਗੁਰਮੁਖੋ ਜਿਹੜਾ ਬਚਿਆ ਸਾਡੇ ਅੰਦਰ, ਜਿਹੜਾ ਖਿੱਚ ਕੇ ਲੈ ਆਉਂਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ। ਜੇ ਵਿਛੋੜੇ ਦਾ ਅਹਿਸਾਸ ਨਾ ਹੁੰਦਾ ਤੇ ਆਪਾਂ ਕਦੇ ਮਹਾਰਾਜ ਦੇ ਚਰਨਾਂ ਵਿੱਚ ਨਾ ਆਉਂਦੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਕੰਮ ਕਰਦੇ ਆ। ਆਪਾਂ ਬੜੇ ਪਿਆਰੇ ਬਚਨ ਪੜ੍ਹਦੇ ਆ ਸਾਹਿਬ ਜੀ ਦੇ, ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੀਠ। ਕੰਮ ਕੀ ਕਰਦਾ ਗੁਰੂ? ਜਿਸ ਤਰ੍ਹਾਂ ਆਪਾਂ ਸਾਰੇ ਕੰਮ ਕਰਦੇ ਆ ਨਾ, ਗੁਰੂ ਵੀ ਇੱਕ ਕੰਮ ਕਰਦਾ। ਗੁਰੂ ਉਹ ਕੰਮ ਕਰਦਾ ਜਿਹੜਾ ਕੋਈ ਦੂਜਾ ਨਹੀਂ ਕਰ ਸਕਦਾ। ਉਹ ਕੰਮ ਕੀ ਹੈ? ਸਾਰੇ ਪੜ੍ਹਿਓ ਪਿਆਰ ਦੇ ਨਾਲ। ਵਿਛੜਿਆ ਮੇਲੇ ਪ੍ਰਭੂ, 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 ਵਿਛੜਿਆ ਮੇਲ ਹੈ ਪ੍ਰਭੂ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਨ ਮਸਾਨ। ਜੇ ਅੰਦਰ ਬਿਰਹੇ ਦਾ ਅਹਿਸਾਸ ਜਾਗ ਗਿਆ ਤੇ ਫੇਰ ਸਾਡੀ ਸੁਰਤ ਦੇ ਵਿੱਚੋਂ
ਇੱਕ ਭਾਵਨਾ ਦੇ ਰੂਪ ਵਿੱਚ ਇਹ ਅਰਦਾਸ ਨਿਕਲੇਗੀ। ਸਾਜਨ ਦੇਸ ਵਿਦੇਸੀ ਅੜੇ ਸਾ ਨਿਹੜੇ ਦੇਂਦੀ, ਸਾਰ ਸੰਭਾਲੇ ਤਿਨ ਸੱਜਣਾ ਮੁੰਦ ਨੈਣ ਭਰਿੰਦੀ। ਉਸ ਪਿਆਰੇ ਪ੍ਰੀਤਮ ਦੇ ਅਗੰਮੀ ਗੁਣਾਂ ਨੂੰ ਚੇਤੇ ਕਰਕੇ, ਅੱਖਾਂ ਬੰਦ ਕਰਕੇ, ਅੱਖਾਂ ਹੰਝੂਆਂ ਦੇ ਨਾਲ, ਪਿਆਰ ਦੇ ਨਾਲ ਭਰ ਕੇ ਵਾਰ-ਵਾਰ ਉਹਦੇ ਗੁਣਾਂ ਨੂੰ ਚੇਤੇ ਕਰਦਾ ਮਨ। ਉਹਦੇ ਨਾਲ ਜੁੜੀ ਹੋਈ ਜਿਹੜੀ ਪ੍ਰੀਤ ਹੈ ਨਾ, ਉਹਨਾਂ ਦਿਨਾਂ ਦਾ ਅਹਿਸਾਸ ਕਰਾਉਂਦੀ ਹੈ ਜਦੋਂ ਮਾਤਾ ਦੇ ਗਰਭ ਦੇ ਵਿੱਚ ਸਿਮਰਨ ਚੱਲ ਰਿਹਾ ਹੈ, ਪਿਆਰੇ ਦੀ ਯਾਦ ਚੱਲ ਰਹੀ ਹੈ, ਉਹਦੇ ਗੁਣਾਂ ਦਾ ਚਿੰਤਨ ਚੱਲ ਰਿਹਾ ਹੈ। ਵਾਰ-ਵਾਰ ਉਹ ਘੜੀਆਂ, ਉਹ ਪਲ ਯਾਦ ਆ ਰਹੇ ਨੇ ਤੇ ਜੀਵ ਰੂਪ ਇਸਤਰੀ ਜਿਹੜੀ ਹੈ ਨਾ, ਉਹ ਨੈਣ ਮੁੰਦ ਕੇ ਆਪਣੇ ਪਿਆਰੇ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੀ, ਬੇਨਤੀ ਕਰਦੀ, ਜੋਦੜੀ ਕਰਦੀ। ਹੁਣ ਗੁਰਮੁਖੋ, ਇਹਨਾਂ ਬਚਨਾਂ ਦੀ ਵਿਆਖਿਆ ਨੂੰ ਜੇ ਆਪਾਂ ਸਮਝਣਾ ਹੋਵੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਚੋਜਾਂ ਦੇ ਵਿੱਚੋਂ ਆਪਾਂ ਨੂੰ ਕੁਝ ਮਿਸਾਲਾਂ ਸਾਹਮਣੇ ਰੱਖਣੀਆਂ ਪੈਣੀਆਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਅਕਬਰ ਬਾਦਸ਼ਾਹ ਦਾ ਸੁਨੇਹਾ ਆਉਂਦਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਸੁਨੇਹਾ ਭੇਜ ਕੇ ਅਕਬਰ ਬਾਦਸ਼ਾਹ ਨੇ ਲਾਹੌਰ ਦੀ ਧਰਤੀ ਤੇ ਬੁਲਾਇਆ, ਕਿਉਂਕਿ ਨਿੰਦਕ ਲੋਕਾਂ ਨੇ, ਇਰਖਾਲੂ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਵਿਲੱਖਣ ਮਰਿਆਦਾ ਤਿਆਰ ਕੀਤੀ ਜਾ ਰਹੀ ਹੈ। ਜਿਹੜੀਆਂ ਹਿੰਦੁਸਤਾਨ ਦੀਆਂ ਪੁਰਾਤਨ ਪਰੰਪਰਾਵਾਂ ਨੇ, ਸਨਾਤਨੀ ਮਤ ਹੈ, ਇਸਲਾਮ ਮਤ ਹੈ, ਉਹਦੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਹੈ। ਜਾਤ ਵਰਨ ਨੂੰ ਭੰਗ ਕਰਕੇ ਇੱਕੋ ਪੰਗਤ ਵਿੱਚ ਬਿਠਾ ਕੇ ਸਭਨਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਇਰਖਾਲੂ ਲੋਕਾਂ ਨੇ ਇਸ ਤਰ੍ਹਾਂ ਦੀ ਸ਼ਿਕਾਇਤ ਕੀਤੀ। ਧਿਆਨ ਦੇਣਾ ਗੁਰਮੁਖੋ, ਜਿਹੜੇ ਈਰਖਾ ਕਰਨ ਵਾਲੇ ਹੁੰਦੇ ਆ ਨਾ, ਉਹਨਾਂ ਨੂੰ ਕੋਈ ਇਸ਼ੂ ਦੀ ਲੋੜ ਨਹੀਂ ਹੁੰਦੀ। ਇਸ਼ੂ ਤੇ ਉਹ ਆਪ ਹੀ ਬਣਾ ਲੈਂਦੇ, ਆਪ ਹੀ ਪੈਦਾ ਕਰ ਲੈਂਦੇ ਆ, ਕਿਉਂਕਿ ਈਰਖਾ ਕਰਨ ਤੋਂ ਬਿਨਾਂ ਉਹਨਾਂ ਦਾ ਸਰਦਾ ਨਹੀਂ ਹੈ। ਕਿਉਂਕਿ ਸਤ ਸੰਗਤ ਦੀ ਜਿੰਨੀ ਦੇਰ ਤੱਕ ਪ੍ਰਾਪਤੀ ਨਹੀਂ ਨਾ ਹੁੰਦੀ ਗੁਰਮੁਖੋ, ਉਨੀ ਦੇਰ ਤੱਕ ਮਨ ਵਿੱਚੋਂ ਈਰਖਾ ਦਾ ਸਾੜਾ ਮੁੱਕਦਾ ਨਹੀਂ ਹੈ। ਸਾਹਿਬ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਕਹਿੰਦੇ ਉਦੋਂ ਜਾ ਕੇ ਮਨ ਦੇ ਵਿੱਚੋਂ ਪਰਾਈ ਤਾਤ, ਪਰਾਈ ਈਰਖਾ ਤੇ ਸਾੜਾ ਖਤਮ ਹੁੰਦਾ ਹੈ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਜਿਨ੍ਹਾਂ ਨੇ ਸਤ ਸੰਗਤ ਨੂੰ ਪਾ ਲਿਆ, ਸਤ ਸੰਗਤ ਦੇ ਗੁਣਾਂ ਨੂੰ ਆਪਣੇ ਹਿਰਦੇ 'ਚ ਵਸਾ ਲਿਆ, ਉਹਨਾਂ ਦੇ ਮਨ ਵਿੱਚੋਂ ਈਰਖਾ ਮੁੱਕ ਗਈ। ਨਹੀਂ ਤੇ ਸਾਰੀ ਦੁਨੀਆ ਜਿਹੜੀ ਹੈ ਨਾ, ਈਰਖਾ ਦੀ, ਸਾੜੇ ਦੀ, ਦਵੈਤ ਭਾਵਨਾ ਦੀ ਅਗਨੀ ਦੇ ਵਿੱਚ ਸੜ ਕੇ ਸਵਾਹ ਹੁੰਦੀ ਜਾ ਰਹੀ ਹੈ। ਅਕਬਰ ਬਾਦਸ਼ਾਹ ਨੇ ਸਾਰਿਆਂ ਦੀਆਂ ਸ਼ਿਕਾਇਤਾਂ ਸੁਣੀਆਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਉਹਨੇ ਚਿੱਠੀ ਭੇਜੀ ਹੈ, ਆਪਣੇ ਅਹਿਦੀਆਂ ਨੂੰ ਭੇਜਿਆ ਕਿ ਜਾਓ ਮਹਾਰਾਜ ਜੀ ਨੂੰ ਬੇਨਤੀ ਕਰੋ, ਉਹ ਆ ਕੇ ਲਾਹੌਰ ਦਰਬਾਰ ਦੇ ਵਿੱਚ ਸਪਸ਼ਟੀਕਰਨ ਦੇਣ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਾਦਸ਼ਾਹ ਦਾ ਫਰਮਾਨ ਪੜ੍ਹਿਆ। ਭਾਈ ਜੇਠਾ ਜੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤਨ ਮਨ ਧੰਨ ਗੁਰੂ ਦੇ ਚਰਨਾਂ ਵਿੱਚ ਸਮਰਪਣ ਕਰਕੇ ਦਿਨ ਰਾਤ ਹੁਕਮ ਨੂੰ ਕਮਾ ਰਹੇ ਨੇ, ਸੇਵਾ ਕਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਦੇ ਉੱਤੇ ਇੰਨਾ ਵਿਸ਼ਵਾਸ ਹੋ ਜਾਂਦਾ ਗੁਰਮੁਖੋ, ਜਿੱਥੇ ਗੁਰੂ ਪਾਤਸ਼ਾਹ ਜੀ ਨੇ ਆਪ ਜਾਣਾ ਹੁੰਦਾ ਨਾ, ਜਿਹੜੇ ਸਿੱਖ ਦੇ ਵਿੱਚ ਗੁਰੂ ਵਾਲੇ ਗੁਣ ਆ ਜਾਣ, ਗੁਰੂ ਪਾਤਸ਼ਾਹ ਜੀ ਥਾਪੜਾ ਦੇ ਕੇ ਕਹਿੰਦਾ, ਸਿੱਖਾ ਜਾ ਤੂੰ ਮੇਰਾ ਕੰਮ ਕਰਕੇ ਆ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਵੱਡਾ ਵਿਸ਼ਵਾਸ ਗੁਰੂ ਨੂੰ ਸਿੱਖ ਦੇ ਉੱਤੇ ਹੁੰਦਾ, ਜਿੱਥੇ ਆਪ ਬੈਠਣਾ। ਕਈ ਵਾਰੀ ਗੁਰੂ ਪਾਤਸ਼ਾਹ ਜੀ ਆਪਣੇ ਸਿੱਖ ਨੂੰ ਉੱਥੇ ਬਿਠਾ ਦਿੰਦੇ ਆ। ਜਿਹੜਾ ਕਾਰਜ ਗੁਰੂ ਪਾਤਸ਼ਾਹ ਜੀ ਨੇ ਆਪ ਕਰਨਾ ਹੁੰਦਾ, ਉਹ ਕਾਰਜ ਕਰਨ ਵਾਸਤੇ ਆਪਣੇ ਸਿੱਖ ਨੂੰ ਥਾਪ ਕੇ ਤੋਰ ਦਿੰਦੇ ਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ, ਭਾਈ ਜੇਠਿਆ ਲਾਹੌਰ ਦਰਬਾਰ ਤੋਂ ਇਹ ਚਿੱਠੀ ਆਈ ਹੈ, ਤੂੰ ਜਾ ਤੇ ਜਾ ਕੇ ਉਹਨਾਂ ਨੂੰ ਜਵਾਬ ਦੇ।
ਡਰਦੇ ਤੇ ਉਹ ਲੋਕ ਹੁੰਦੇ ਨੇ, ਭਗੌੜੇ ਤੇ ਉਹ ਲੋਕ ਹੁੰਦੇ ਨੇ, ਅੱਖਾਂ ਤੇ ਉਹਨਾਂ ਲੋਕਾਂ ਦੀਆਂ ਨੀਵੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਨਾ ਹੋਵੇ। ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਤੇ ਸੱਚ ਦਾ ਪ੍ਰਕਾਸ਼ ਹੈ, ਸੱਚ ਦੀ ਜੋਤ ਸਦਾ ਦਿਨ ਰਾਤ ਜਗਮਗਾਉਂਦੀ ਹੈ। ਤੇ ਜਦੋਂ ਜਾ ਕੇ ਸੱਚ ਦਾ ਚਾਨਣ ਹੋਏਗਾ ਨਾ ਤੇਰੇ ਬਚਨਾਂ ਰਾਹੀਂ, ਆਪੇ ਸਭਨਾਂ ਨੂੰ ਪਤਾ ਲੱਗ ਜਾਏਗਾ ਝੂਠ ਕੀ ਹੈ, ਸੱਚ ਕੀ ਹੈ। ਭਾਈ ਜੇਠਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮੇਰੇ ਸਾਹਿਬ ਜੀ ਮੈਨੂੰ ਤੇ ਕੋਈ ਵਿਦਿਆ ਨਹੀਂ ਆਉਂਦੀ, ਕੋਈ ਗਿਆਨ ਹੈ ਨਹੀਂ ਮੇਰੇ ਕੋਲ। ਆਪਾਂ ਬਚਨ ਪੜ੍ਹਦੇ ਹਾਂ ਨਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਮੇਰੇ ਸਾਹਿਬਾਂ ਮੈਂ ਗਿਆਨ ਤੋਂ ਹੀਣਾ ਹਾਂ। ਗੁਰਸਿੱਖ ਭਾਵੇਂ ਜਿੰਨਾ ਮਰਜੀ ਵੱਡਾ ਗਿਆਨੀ ਹੋਵੇ, ਪਰ ਗੁਰੂ ਦੇ ਦਰਬਾਰ ਵਿੱਚ ਜਾ ਕੇ ਬਿਲਕੁਲ ਅਣਜਾਣ ਬਣ ਕੇ ਵਿਚਰੇ। ਮੇਰੇ ਸਾਹਿਬਾਂ ਮੈਨੂੰ ਕੋਈ ਗਿਆਨ ਨਹੀਂ ਹੁੰਦਾ, ਕੋਈ ਧਿਆਨ ਨਹੀਂ ਮੇਰੇ ਕੋਲ, ਮੇਰੇ ਜੀਵਨ ਦੇ ਵਿੱਚ ਕੋਈ ਗੁਣ ਮੌਜੂਦ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਆਗਿਆ ਸਿਰ ਮੱਥੇ, ਪਰ ਆਪ ਜੀ ਬਖਸ਼ਿਸ਼ ਕਰੋ, ਥਾਪੜਾ ਦੇ ਕੇ ਤੋਰੋ। ਜਿਉ ਬੁਲਾਵ ਹੈ ਤਿਉ ਬੋਲਾ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਮੈਂ ਤੇਰੇ ਹੁਕਮ ਵਿੱਚ ਉੱਥੇ ਬੋਲ ਸਕਾਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅਸੀਸ ਦੇ ਕੇ ਤੋਰਿਆ ਹੈ। ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਾ ਕੇ ਭਾਈ ਜੇਠਾ ਜੀ ਨੇ ਬੜੀ ਬੇਬਾਕੀ ਦੇ ਨਾਲ ਉਹਨਾਂ ਦੇ ਸੰਸ਼ਿਆਂ ਨੂੰ ਨਿਵਰਤ ਕਰ ਦਿੱਤਾ ਹੈ, ਉਹਨਾਂ ਦੇ ਮਨ ਦੇ ਭਰਮ ਨੂੰ ਮਿਟਾ ਦਿੱਤਾ ਹੈ। ਈਰਖਾਲੂ ਲੋਕਾਂ ਨੇ ਬੜੇ ਸਵਾਲ ਕੀਤੇ ਨੇ, ਪਰ ਜਿੱਥੇ ਸੱਚ ਦਾ ਸੂਰਜ ਚੜ੍ਹਿਆ ਹੋਵੇ ਗੁਰਮੁਖੋ, ਉੱਥੇ ਧੁੰਦ ਪਾਪਾਂ ਦੀ ਈਰਖਾ ਦੀ ਕਿੱਥੇ ਟਿਕ ਸਕਦੀ ਸੀ। ਅਕਬਰ ਬਾਦਸ਼ਾਹ ਦੀ ਤਸੱਲੀ ਹੋਈ। ਉਹਨੇ ਨਾਲ ਦੀ ਨਾਲ ਇਹ ਵੀ ਬੇਨਤੀ ਕੀਤੀ ਕਿ ਮੈਂ ਦਿੱਲੀ ਨੂੰ ਮੁੜਦਾ ਹੋਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਜਾਵਾਂਗਾ। ਗੁਰਸਿੱਖ ਉਹ ਹੈ ਗੁਰਮੁਖੋ ਜਿਹੜਾ ਗੁਰੂ ਦੇ ਗੁਣਾਂ ਦੀ ਮਹਿਕ ਸੰਸਾਰ ਵਿੱਚ ਬਖੇਰ ਦਿੰਦਾ ਹੈ, ਜਿਹੜਾ ਦੁਨੀਆ ਨੂੰ ਦੱਸ ਦਿੰਦਾ ਹੈ ਕਿ ਮੇਰਾ ਜੀਵਨ ਆਪਣਾ ਜੀਵਨ ਨਹੀਂ ਹੈ, ਇਹਦੇ ਪਿੱਛੇ ਇੱਕ ਜੀਵਨ ਦਾ ਕੇਂਦਰ ਹੈ, ਜਿੱਥੋਂ ਮੇਰੇ ਵਿੱਚ ਲਾਈਟ ਆ ਰਹੀ ਹੈ, ਮੇਰੇ ਵਿੱਚ ਰੋਸ਼ਨੀ ਆ ਰਹੀ ਹੈ, ਮੇਰੇ ਵਿੱਚ ਸੁਗੰਧੀ ਆ ਰਹੀ ਹੈ। ਇਹ ਸੁਗੰਧੀ ਮੇਰੀ ਆਪਣੀ ਨਹੀਂ, ਇਹ ਗੁਰੂ ਦੀ ਸ਼ੋਅ ਦੀ ਸੁਗੰਧੀ ਹੈ। ਜੇ ਤੁਹਾਨੂੰ ਦਿਸਦਾ ਕਿ ਮੇਰੇ ਜੀਵਨ ਦੇ ਵਿੱਚ ਕੋਈ ਲਾਈਟ ਹੈ, ਕੋਈ ਚਾਨਣ ਹੈ, ਇਹ ਮੇਰਾ ਆਪਣਾ ਚਾਨਣ ਨਹੀਂ ਹੈ, ਇਹ ਤੇ ਗੁਰੂ ਵੱਲੋਂ ਆਇਆ ਹੋਇਆ ਚਾਨਣ ਹੈ, ਗੁਰੂ ਦੀ ਬਖਸ਼ਿਸ਼ ਦਾ ਚਾਨਣ ਹੈ, ਗੁਰੂ ਦੀ ਕਿਰਪਾ ਦਾ ਚਾਨਣ ਹੈ। ਤੇ ਗੁਰਮੁਖੋ ਗੁਰਸਿੱਖ ਦੇ ਜੀਵਨ ਨੂੰ ਦੇਖ ਕੇ ਹੀ ਦੁਨੀਆ ਗੁਰੂ ਦੇ ਕੋਲ ਜਾਂਦੀ ਹੈ। ਅੱਜ ਵਿਡੰਬਣਾ ਕੀ ਹੈ? ਅੱਜ ਸਾਡੇ ਕੋਲ ਗੱਲਾਂ ਰਹਿ ਗਈਆਂ ਗੁਰਮੁਖੋ। ਅੱਜ ਜੀਵਨ ਦੀ ਬਹੁਤ ਵੱਡੀ ਕਮੀ ਆ ਗਈ ਸਾਡੇ ਅੰਦਰ। ਉਹ ਜੀਵਨ ਦੇ ਵਲਵਲੇ ਜਿਨ੍ਹਾਂ ਵਿੱਚ ਨਿਰੋਲ ਪਿਆਰ ਛੁਪਿਆ ਹੋਇਆ ਹੈ, ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ ਇੱਛਾ ਛੁਪੀ ਹੋਈ ਹੈ। ਉਹ ਜਿਹੜੇ ਵਲਵਲੇ ਨੇ ਨਾ, ਉਹ ਸਾਡੇ ਜੀਵਨ ਦੇ ਵਿੱਚੋਂ ਮੁੱਕ ਗਏ ਨੇ। ਆਪਾਂ ਬਹੁਤ ਵੱਡੀਆਂ ਵੱਡੀਆਂ ਵੰਡੀਆਂ ਪਾ ਕੇ ਆਪਸ ਵਿੱਚ ਦੂਰੀਆਂ ਬਣਾ ਕੇ ਬੈਠ ਗਏ। ਗੁਰੂ ਪਾਤਸ਼ਾਹ ਜੀ ਨੇ ਤੇ ਸਾਨੂੰ ਇਹ ਸਿਖਾਇਆ ਨਾ, ਗੁਰਸਿੱਖਾ ਜਦੋਂ ਤੂੰ ਮੇਰੇ ਕੋਲ ਆਵੇਂ ਮੇਰੀ ਮੱਤ ਲੈ ਲਈ, ਮੈਂ ਤੇ ਸਾਰੀ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਬੋਲ ਰਿਹਾ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰਾ ਰਾਜਨ। ਇਹ ਜਾਤ ਸਿੱਖਲੀ ਸੰਗਤ ਵਿੱਚ ਆ ਕੇ ਸਾਰੇ ਪੜੋ ਪਿਆਰ ਦੇ ਨਾਲ। ਨਾ ਦਿਸੇ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ, ਨਾ ਦਿਸੇ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ, ਨਾ ਦਿਸੇ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ, ਨਾ ਕੋਈ ਵੈਰੀ, ਨਾ ਕੋਈ ਵੈਰੀ।
से बेगाना जी, ना कोई वैरी ना कोई वैरी। नाथ से बेगाना जी, ना कोई वैरी ना कोई वैरी। नाथ से बेगाना जी, ना कोई वैरी ना कोई वैरी। नाथ से बेगाना जी, ना कोई वैरी ना कोई वैरी। ना को बैरी नहीं बेगाना, सगल संग हमको बन आई। ਜਦੋਂ ਰੱਬ ਨਾਲ ਬਣ ਆਉਣੀ ਹੈ, ਸਾਰੀ ਦੁਨੀਆ ਨਾਲ ਬਣ ਆ ਜਾਣੀ ਹੈ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਸਾਡੀ ਬਣ ਆ ਗਈ ਨਾ ਗੁਰਮੁਖੋ, ਫਿਰ ਸਾਰਿਆਂ ਨਾਲ ਬਣ ਆਏਗੀ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਜੀ ਬੋਲਿਆ ਕਰੋ, ਅੱਜ ਤੇ ਪਿਆਰ ਵਾਲੇ ਤੁਸੀਂ ਆਏ ਹੋ। ਕੱਲ ਤੇ ਸਮੁੱਚੀਆਂ ਸੰਗਤਾਂ ਨੇ ਹਾਜ਼ਰੀ ਭਰੀ, ਅੱਜ ਪਿਆਰ ਵਾਲੀਆਂ ਸੰਗਤਾਂ ਆਈਆਂ ਜਿਨ੍ਹਾਂ ਦੇ ਅੰਦਰ ਖਿੱਚ ਹੈ। ਇਸ ਕਰਕੇ ਜਪਿਆ ਕਰੋ ਸਾਰੇ। ਆਪਾਂ ਕਹਿੰਦੇ ਆ ਨਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਰੇ ਨਾਲ ਸਾਡਾ ਬੜਾ ਪਿਆਰ ਹੈ, ਪਰ ਦੇਖਿਓ ਕਿਤੇ ਆਪਣੇ ਆਪ ਨਾਲ ਧੋਖਾ ਤੇ ਨਹੀਂ ਕਰ ਰਹੇ ਗੁਰਮੁਖੋ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਸਾਨੂੰ ਪਿਆਰ ਹੋਣਾ ਹੈ, ਫਿਰ ਸਾਰੀ ਦੁਨੀਆ ਨਾਲ ਪਿਆਰ ਹੋਣਾ ਹੈ। ਇਹ ਨਹੀਂ ਕਿ ਗੁਰੂ ਨਾਲ ਪਿਆਰ ਹੋ ਗਿਆ ਤੇ ਕਿਸੇ ਨਾਲ ਹੋਇਆ ਕਿਸੇ ਨਾਲ ਨਹੀਂ ਹੋਇਆ। ਪਿਆਰ ਦੀ ਇੱਕੋ ਹੀ ਨਿਸ਼ਾਨੀ ਹੈ, ਉਹ ਨਿਰੋਲ ਪਿਆਰ, ਉਹ ਸੱਚਾ ਪਿਆਰ ਜਿਹਦੀ ਬਾਬਤ ਬਚਨ ਆਏ ਨੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਉਹ ਪਿਆਰ ਹੋਏਗਾ ਤੇ ਸਾਰਿਆਂ ਨਾਲ ਹੋਏਗਾ, ਨਹੀਂ ਹੋਏਗਾ ਤੇ ਫਿਰ ਪਿਆਰ ਹੋਏਗਾ ਹੀ ਨਹੀਂ, ਪਿਆਰ ਦੀ ਥਾਂ ਤੇ ਕੁਝ ਹੋਰ ਹੋਏਗਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਜੇਠਾ ਜੀ ਨੇ ਉੱਥੇ ਗੁਰੂ ਪਾਤਸ਼ਾਹ ਜੀ ਦੇ ਘਰ ਦਾ ਗਿਆਨ ਦ੍ਰਿੜ ਕਰਵਾ ਕੇ ਸਾਰਿਆਂ ਦੇ ਅੰਦਰ ਸ਼ਾਂਤ ਕਰ ਦਿੱਤੇ। ਗੁਰਸਿੱਖ ਦੇ ਜੀਵਨ ਵਿੱਚ ਇਸ ਤਰ੍ਹਾਂ ਦੀ ਮਹਿਕ ਹੋਵੇ ਜਿਹੜਾ ਦੂਜਿਆਂ ਦੇ ਅੰਦਰ ਗੁਰੂ ਦੇ ਪਿਆਰ ਦੀ ਖਿੱਚ ਪੈਦਾ ਕਰ ਸਕੇ। ਅਕਬਰ ਬਾਦਸ਼ਾਹ ਵੀ ਪ੍ਰਭਾਵਿਤ ਹੋਇਆ। ਭਾਈ ਜੇਠਾ ਜੀ ਨੂੰ ਸਿਰੋਂ ਪਾਉ ਦਿੱਤਾ ਗਿਆ, ਭਰੇ ਦਰਬਾਰ ਦੇ ਵਿੱਚ ਸਤਿਕਾਰ ਦਿੱਤਾ ਗਿਆ। ਇੱਕ ਬੇਨਤੀ ਹੋਰ ਸਮਝਿਓ ਗੁਰਮੁਖੋ, ਜਦੋਂ ਸਿਰੋਂ ਪਾਉ ਮਿਲਦਾ ਨਾ ਕਿਸੇ ਨੂੰ, ਉਹਦੇ ਪੈਰ ਧਰਤੀ ਦੇ ਉੱਤੇ ਨਹੀਂ ਲੱਗਦੇ। ਕਈ ਵਾਰੀ ਮਨ ਦੇ ਵਿੱਚ ਮਾਣ ਆ ਜਾਂਦਾ ਹੈ, ਹੰਕਾਰ ਆਉਣ ਦਾ ਬਹੁਤ ਵੱਡਾ ਖਤਰਾ ਬਣਿਆ ਰਹਿੰਦਾ। ਜਦੋਂ ਵੱਡੀ ਸਭਾ ਦੇ ਵਿੱਚ ਕਿਸੇ ਨੂੰ ਮਾਣ ਮਿਲ ਜਾਏ, ਭਾਈ ਜੇਠਾ ਜੀ ਨੂੰ ਸਿਰੋਂ ਪਾਉ ਮਿਲਿਆ, ਪਰ ਮਨ ਦੇ ਵਿੱਚ ਨਿਮਰਤਾ ਹੋਰ ਵੱਧ ਗਈ, ਪਿਆਰ ਹੋਰ ਵੱਧ ਗਿਆ। ਉਸੇ ਪਿਆਰ ਦੀ ਭਾਵਨਾ ਦੇ ਵਿੱਚ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚੋਂ ਬਾਹਰ ਆਏ, ਤੁਰੇ ਜਾ ਰਹੇ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਵੱਲ ਨੂੰ। ਕੀ ਦੇਖਦੇ ਨੇ? ਇੱਕ ਕੱਪੜੇ ਦੀ ਦੁਕਾਨ ਦੇ ਉੱਤੇ ਬਹੁਤ ਸੁੰਦਰ ਕੱਪੜਾ ਦੁਕਾਨਦਾਰ ਨੇ ਸਜਾ ਕੇ ਰੱਖਿਆ ਹੋਇਆ। ਮਨ ਦੇ ਵਿੱਚ ਵਲਵਲਾ ਉੱਠਿਆ, ਮਨ ਵਿੱਚ ਚਾਹ ਪੈਦਾ ਹੋਇਆ। ਇਸ ਵਸਤਰ ਦਾ ਜੇ ਚੋਲਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਤਨ ਦੇ ਉੱਤੇ ਧਾਰਨ ਕਰਨ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਦੇ ਲੱਗਣ, ਕਿੰਨੇ ਸੋਹਣੇ ਲੱਗਣ। ਸੰਗਤ ਵਿੱਚ ਬੈਠ ਕੇ ਕਿਸ ਤਰ੍ਹਾਂ ਦੀ ਸ਼ੋਭਾ ਪਾਉਣਗੇ। ਆਪਣੇ ਮਨ ਦੇ ਅੰਦਰ ਇਹ ਸੁਪਨਾ ਸੰਜੋਲਿਆ, ਸੁਰਤ ਲੀਨ ਹੋ ਗਈ, ਸੁਰਤ ਜੁੜ ਗਈ, ਦੂਰੀਆਂ ਮਿਟ ਗਈਆਂ। ਗੁਰਮੁਖੋ ਆਪਾਂ ਸ਼ਬਦ ਪੜ੍ਹਦੇ ਹਾਂ, ਪਰ ਸਾਨੂੰ ਪੂਰਨ ਭਰੋਸਾ ਨਹੀਂ ਹੈ। ਪੜ੍ਹਦੇ ਆਪਾਂ ਸਾਰੇ ਹਾਂ, ਕਿਤੇ ਪੂਰਨ ਭਰੋਸਾ ਬਣ ਜੇ ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦ੍ਰਿੜ ਕਰਵਾਇਆ ਹੈ। ਸੰਗ ਸਦਾ ਹੈ ਨਾਲੇ ਗੁਰ ਮੇਰੇ, ਸੰਗ ਸਦਾ ਹੈ ਨਾਲੇ, ਸੰਗ ਸਦਾ ਹੈ ਨਾਲੇ ਗੁਰ ਮੇਰੇ, ਸੰਗ ਸਦਾ ਹੈ ਨਾਲੇ, ਸੰਗ ਸਦਾ ਹੈ ਨਾਲੇ ਗੁਰ ਮੇਰੇ, ਸੰਗ ਸਦਾ ਹੈ ਨਾਲੇ, ਸੰਗ ਸਦਾ ਹੈ ਨਾਲੇ ਗੁਰ ਮੇਰੇ, ਸੰਗ ਸਦਾ ਹੈ
ਸਦਾ ਹੈ ਨਾਲੇ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਸੰਗ ਸਦਾ ਹੈ ਨਾਲੇ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਸੰਗ ਸਦਾ ਹੈ ਨਾਲੇ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਸੰਗ ਸਦਾ ਹੈ ਨਾਲੇ, ਸੰਗ ਸਦਾ ਹੈ ਨਾਲੇ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਹ ਹੈ ਨੂੰ ਬੜੇ ਪਿਆਰ ਨਾਲ ਧਿਆਨ ਦੇ ਕੇ ਦੇਖਿਓ ਗੁਰਮੁਖੋ। ਆਪਾਂ ਕਹਿੰਦੇ ਆ ਗੁਰੂ ਮੇਰੇ ਨਾਲ ਹੋਏਗਾ, ਕਦੇ ਸਮਾਂ ਆਏਗਾ ਗੁਰੂ ਮੇਰੇ ਨਾਲ ਖਲੋਏਗਾ ਆ ਕੇ। ਜਾਂ ਆਪਾਂ ਇਹ ਸੋਚਦੇ ਹੋਵਾਂਗੇ ਕਿ ਕਦੇ ਗੁਰੂ ਮੇਰੇ ਨਾਲ ਸੀ ਪਰ ਹੁਣ ਨਹੀਂ ਹੈ। ਮੇਰੇ ਸਾਹਿਬ ਜੀ ਕਹਿ ਰਹੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ। ਤੇ ਕਹਿ ਕਦੋਂ ਰਹੇ ਨੇ? ਜਦੋਂ ਤੱਤੀ ਤਵੀ ਉੱਤੇ ਬੈਠੇ ਅੱਗ ਦੇ ਭਾਂਬੜ ਵੱਜ ਰਹੇ ਨੇ, ਸੀਸ ਦੇ ਉੱਤੇ ਗਰਮ ਰੇਤਾ ਪੈ ਰਿਹਾ, ਉਦੋਂ ਕਹਿ ਰਹੇ ਨੇ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਿਮਰ ਸਿਮਰ ਤੇ ਸਦਾ ਸੰਭਾਲੇ। ਇੱਕ ਹੋਰ ਭਜਨ ਪੜਿਓ ਧਿਆਨ ਨਾਲ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਉਹ ਮੇਰੇ ਨਾਲ ਹੁਣ ਹੈ, ਅੱਜ ਹੈ ਮੇਰੇ ਨਾਲ। ਆਪਾਂ ਹੁਣ ਨਹੀਂ ਮਹਿਸੂਸ ਕਰਦੇ ਕਿ ਆਪਾਂ ਗੁਰੂ ਦੀ ਗੋਦ 'ਚ ਬੈਠੇ ਆ। ਆਪਾਂ ਸੋਚਦੇ ਹਾਂ ਕਿ ਅੱਜ ਕੀਰਤਨ ਸੁਣਾਂਗੇ, ਪਤਾ ਨਹੀਂ ਕੱਲ ਨੂੰ ਗੁਰੂ ਦੇ ਦਰਸ਼ਨ ਹੋ ਜਾਣ। ਮਹਾਰਾਜ ਜੀ ਕਹਿੰਦੇ ਬੈਠਾ ਤੇ ਹੋਣੀ ਮੇਰੀ ਗੋਦ ਤੇ, ਤੂੰ ਮੇਰੀ ਗੋਦ ਦਾ ਅਹਿਸਾਸ ਤੇ ਕਰ। ਤੂੰ ਦੇਖ ਤੇ ਸਹੀ ਕਿ ਮੇਰੀਆਂ ਬਾਹਾਂ ਤੇਰੇ ਦੁਆਲੇ, ਤੇਰੀ ਗਲਵਕੜੀ ਤੇ ਮੇਰੀ ਗਲਵਕੜੀ ਇੱਕ ਤੇ ਨਹੀਂ ਕਿਤੇ। ਇਸ ਕਰਕੇ ਗੁਰਮੁਖੋ ਜਦੋਂ ਸੁਰਤ ਮੁਕੰਮਲ ਰੂਪ ਦੇ ਵਿੱਚ ਲੀਨ ਹੋ ਜਾਂਦੀ ਹੈ ਨਾ, ਫਿਰ ਮਨ ਜਿਹੜਾ ਵਰਤਮਾਨ ਦੇ ਵਿੱਚ ਜਿਉਂਦਾ ਹੋਇਆ ਸਮਝਦਾ ਕਿ ਗੁਰੂ ਪਾਤਸ਼ਾਹ ਜੀ ਹੁਣ ਮੇਰੇ ਨਾਲ ਨੇ। ਲਾਹੌਰ ਦੀ ਧਰਤੀ ਤੇ ਖਲੋਤਿਆਂ ਹੋਇਆਂ ਭਾਈ ਜੇਠਾ ਜੀ ਨੇ ਕੱਪੜਾ ਖਰੀਦਿਆ ਸੁਰਤ ਰਾਹੀਂ ਧਿਆਨ ਦੀ ਦੁਨੀਆ ਵਿੱਚੋਂ। ਇਧਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੰਗਤ ਵਿੱਚ ਬੈਠੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਸਰੀਰਕ ਕਿਰਿਆ ਇਸ ਤਰ੍ਹਾਂ ਹੋ ਰਹੀ ਹੈ ਜਿਵੇਂ ਤਨ ਦੇ ਉੱਤੇ ਕੱਪੜਾ ਚੋਲਾ ਪਹਿਨਦੇ ਹੋਣ। ਕਦੇ ਬਾਹ ਉੱਪਰ ਕਰਦੇ, ਕਦੇ ਥੱਲੇ ਕਰਦੇ। ਜਿਸ ਤਰ੍ਹਾਂ ਆਪਾਂ ਚੋਲਾ ਪਹਿਨ ਕੇ, ਕਮੀਜ਼ ਪਹਿਨ ਕੇ ਉਹਨੂੰ ਸਿੱਧਾ ਕਰਦੇ ਹਾਂ, ਸਵਾਰਦੇ ਹਾਂ। ਭਾਈ ਵੱਲੂ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀ ਸੇਵਾਦਾਰ ਹੱਥ ਜੋੜ ਕੇ ਕਹਿਣ ਲੱਗੇ, ਸਾਹਿਬ ਜੀ ਭਰੇ ਦਰਬਾਰ ਦੇ ਅੰਦਰ ਸਾਰੀਆਂ ਸੰਗਤਾਂ ਥੱਕ ਰਹੀਆਂ ਨੇ, ਇਹ ਆਪ ਜੀ ਕੀ ਕੌਤਕ ਵਰਤਾ ਰਹੇ ਹੋ? ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ, ਪਿਆਰਿਓ ਇਹ ਅਗੰਮ ਦੀ ਖੇਡ ਹੈ, ਅਗੰਮ ਦੀਆਂ ਬਾਤਾਂ ਨੇ। ਜਿੱਥੇ ਜਾ ਕੇ ਬਚਨ ਆਏ ਨੇ ਨਾ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ। ਇਹ ਉੱਥੋਂ ਦੀ ਕਥਾ ਜਿੱਥੇ ਜਾ ਕੇ ਅੱਖਰ ਮੁੱਕ ਜਾਂਦੇ ਆ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਵੀ ਸੰਤੋਖ ਸਿੰਘ ਜੀ ਨੇ ਤੇ ਬਚਨ ਲਿਖੇ ਹੈ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਖੁੱਲ੍ਹ ਕੇ ਦੱਸ ਦਿੱਤਾ, ਪਿਆਰਿਓ ਭਾਈ ਜੇਠਾ ਜੀ ਸਾਨੂੰ ਚੋਲਾ ਪਹਿਨਾ ਰਹੇ ਨੇ ਤੇ ਅਸੀਂ ਪਹਿਨ ਰਹੇ ਹਾਂ। ਪਹਿਨਾਉਣ ਵਾਲਾ ਲਾਹੌਰ ਦੀ ਧਰਤੀ ਤੇ ਹੈ, ਪਹਿਨਣ ਵਾਲਾ ਗੋਇੰਦਵਾਲ ਸਾਹਿਬ ਬੈਠਾ ਹੈ। ਦੂਰੀਆਂ ਮੁੱਕ ਗਈਆਂ, ਵਿਥਾਂ ਮੁੱਕ ਗਈਆਂ, ਖਲਾ ਮੁੱਕ ਗਿਆ ਜੀਵਨ ਦੇ ਵਿੱਚੋਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਾਵਨਾ ਦੇ ਨਾਲ ਚੋਲਾ ਪਹਿਨਾ ਕੇ ਨਾ ਅੱਗੇ ਤੁਰ ਪੈਂਦੇ ਆ। ਅੱਗੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਦਾਸ ਦੇ ਸਾਹਮਣੇ ਆਇਆ। ਗੁਰਮੁਖੋ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਪਿਆਰਿਆ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ, ਉਹਦੇ ਘਰ ਤੱਕ ਜਾਣਾ ਚਾਹੁੰਦਾ ਤੇ ਇਹ ਸਰੀਰ ਦੇ ਜਿਹੜੇ ਪੈਰ ਨੇ ਇਹ ਤੈਨੂੰ ਸੰਗਤ ਵਿੱਚ ਲੈ ਜਾਣਗੇ। ਸੰਗਤ ਵਿੱਚ ਜਿੱਥੇ ਆਪਾਂ ਆਏ ਆ ਨਾ,
ਇੱਥੇ ਵੀ ਆਉਣਾ ਜ਼ਰੂਰੀ ਹੈ। ਪਾਵ ਸੁਹਾਵੇ ਜਾਂ ਤਉ ਧਿਰਜੁਲ ਦੇ ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤਉ ਜਸ ਗਾਵੇ ਜੀਉ ਪਿਆ ਤਉ ਸਰਨੀ। ਇਹ ਪੈਰ ਸਾਨੂੰ ਸੰਗਤ ਵਿੱਚ ਲੈ ਕੇ ਆਏ, ਪਰ ਇੱਥੇ ਆ ਕੇ ਤੂੰ ਬੈਠਣਾ ਨਹੀਂ, ਸਰੀਰ ਬੈਠ ਜਾਏ। ਇੱਕ ਨਵੇਂ ਪੈਰ ਲੈ ਗੁਰੂ ਦੇ ਚਰਨਾਂ ਵਿੱਚੋਂ ਮੰਗ ਕੇ। ਉਹ ਪੈਰ ਕਿਹੜੇ ਨੇ? ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਪਰਮਾਤਮਾ ਦੇ ਭੈ ਦੇ ਪੈਰ ਤੈਨੂੰ ਮਿਲ ਜਾਣ, ਭਾਵਨਾ ਦੇ ਹੱਥ ਮਿਲ ਜਾਣ, ਜਿਨ੍ਹਾਂ ਹੱਥਾਂ ਨੇ ਪਿਆਰੇ ਦੀ ਗਲਵਕੜੀ ਨੂੰ ਮੰਨਣਾ ਹੈ। ਤੇ ਗੁਰਮੁਖਾ ਬਾਹਰਲੀਆਂ ਅੱਖਾਂ ਬੰਦ ਹੋ ਜਾਣ ਤੇ ਸੁਰਤ ਦੇ ਨੈਣ ਮਿਲ ਜਾਣ ਗੁਰੂ ਦੇ ਚਰਨਾਂ ਦੇ ਵਿੱਚ। ਸੁਰਤ ਦੀਆਂ ਅੱਖਾਂ ਮਿਲ ਜਾਣ, ਇਕਾਗਰਤਾ ਦੀਆਂ ਅੱਖਾਂ ਮਿਲ ਜਾਣ, ਗਿਆਨ ਦੀਆਂ ਅੱਖਾਂ ਮਿਲ ਜਾਣ, ਜਿਨ੍ਹਾਂ ਅੱਖਾਂ ਦੇ ਨਾਲ ਉਹ ਪਿਆਰਾ ਦਿਸਦਾ ਹੈ। ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਮਿਲਣਾ ਚਾਹੁੰਦਾ ਉਹਨੂੰ? ਤੈਨੂੰ ਤਰੀਕਾ ਦੱਸ ਦਈਏ। ਨਾਨਕ ਕਹਿ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਹੇ ਜਗਿਆਸੂ ਰੂਪ ਸਿਆਣੀ ਇਸਤਰੀਏ, ਇਸ ਤਰ੍ਹਾਂ ਦੇ ਨਾਲ ਪਤੀ ਪ੍ਰਮਾਤਮਾ ਦਾ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਧਿਆਨ ਦੇਣਾ, ਇਹ ਤਿੰਨੇ ਹੀ ਚੀਜ਼ਾਂ ਅਦ੍ਰਿਸ਼ਟ ਨੇ, ਜਿਹੜੀਆਂ ਬਾਹਰਲੀ ਅੱਖਾਂ ਨਾਲ ਦਿਸਦੀਆਂ ਨਹੀਂ ਹੈ। ਭੈ ਦੇ ਚਰਨ ਕਦੋਂ ਦੇਖੇ ਆਪਾਂ? ਭਾਵਨਾ ਦੇ ਹੱਥ ਕਿੰਨੇ ਤੱਕੇ ਆ ਗੁਰਮਖੋ? ਤੇ ਸੁਰਤ ਦੀਆਂ ਅੱਖਾਂ ਬਾਰੇ ਕਿੰਨੇ ਜਾਣਕਾਰੀ ਲਈ ਆ? ਗੁਰਦੁਆਰੇ ਆ ਕੇ, ਗੁਰੂ ਦੇ ਚਰਨਾਂ ਵਿੱਚ ਆ ਕੇ। ਮਹਾਰਾਜ ਜੀ ਨੇ ਸਾਨੂੰ ਜਿਹੜਾ ਰਸਤਾ ਦੱਸਿਆ ਨਾ ਗੁਰਮਖੋ, ਇਹਦੇ ਉੱਤੇ ਚੱਲਣਾ ਪੈਣਾ ਹੈ। ਇਹ ਨਹੀਂ ਕਿ ਆਪਾਂ ਸੁਣ ਸੁਣਾ ਕੇ ਤੁਰ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਅੰਦਰ ਇਹ ਭੁੱਖ ਲੱਗ ਜੇ, ਗੁਰੂ ਪਾਤਸ਼ਾਹ ਜੀ ਸਾਨੂੰ ਵੀ ਭੈ ਦੇ ਚਰਨ ਦੇ ਦਿਓ, ਭਾਵਨਾ ਦੇ ਹੱਥ ਦੇ ਦਿਓ ਤੇ ਸੁਰਤ ਦੀਆਂ ਅੱਖਾਂ ਦੇ ਦਿਓ, ਜਿਨ੍ਹਾਂ ਨਾਲ ਤੁਹਾਡਾ ਦੀਦਾਰ ਹੋ ਜਾਏ। ਲੋਇਣ ਲੋਈ ਡਿੱਠ ਪਿਆਸ ਨਾ ਬੁੱਝੈ ਮੂੰਹ ਘਣੀ, ਨਾਨਕ ਸੇ ਅੱਖਣੀਆਂ ਬਿਆਨ, ਜਿਨੀ ਡਸੰਦੋ ਮਾਂ ਫਿਰੀ। ਤੁਰ ਪਏ। ਭਾਈ ਜੇਠਾ ਜੀ ਤੁਰੇ ਜਾ ਰਹੇ ਨੇ। ਅੱਗੇ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਉੱਤੇ ਅੰਬ ਵਿਕਦੇ ਆ। ਮਨ ਦੇ ਵਿੱਚ ਭਾਵਨਾ ਬਣੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਸ ਅੰਬ ਨੂੰ ਛਕਣ, ਕਿੰਨਾ ਸਵਾਦਿਸ਼ਟ, ਕਿੰਨਾ ਮਿੱਠਾ ਹੋਵੇਗਾ ਇਹ ਅੰਬ। ਅੰਬ ਖਰੀਦਿਆ, ਤੁਰਦੇ ਜਾ ਰਹੇ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ। ਫਾਸਲਾ ਬਹੁਤ ਹੈ ਸਰੀਰ ਦਾ, ਪਰ ਸੁਰਤ ਚਾਹੁੰਦੀ ਹੈ ਮੈਂ ਕਾਹਲੀ ਨਾਲ ਜਾਵਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰ ਲਵਾਂ। ਧਿਆਨ ਦੇਣਾ ਗੁਰਮਖੋ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੇ ਸਾਨੂੰ ਸਹਿਜ ਸਿਖਾਇਆ। ਸਹਿਜ ਗੁਰਸਿੱਖਾ ਤੋਂ ਗੁਰੂ ਨੂੰ ਆਵਾਜ਼ ਦੇਣੀ ਹੈ ਤਾਂ ਵੀ ਸਹਿਜ ਵਿੱਚ ਦੇ। ਤੇਰੇ ਜੀਵਨ ਵਿੱਚ ਸਹਿਜ ਦੇ ਸਾਰੇ ਗੁਣ ਆ ਜਾਣ। ਤੂੰ ਬਾਣੀ ਪੜ੍ਹਨੀ ਬੜੇ ਪਿਆਰ ਨਾਲ, ਸਹਿਜ ਨਾਲ ਪੜ੍ਹ, ਸਿਮਰਨ ਸਹਿਜ ਨਾਲ ਕਰ। ਤੇਰੇ ਜੀਵਨ ਦੇ ਹਰ ਕਰਮ ਦੇ ਵਿੱਚ ਸਹਿਜ ਆਉਣਾ ਚਾਹੀਦਾ ਹੈ। ਆਪਾਂ ਬੇਨਤੀ ਕਰਕੇ ਪੁੱਛੀਏ ਸੱਚੇ ਪਾਤਸ਼ਾਹ ਜੀ, ਜੀਵਨ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਸ਼ਕਤੀ ਵੀ ਹੈ ਜਿੱਥੇ ਜਾ ਕੇ ਵੀ ਸਾਡਾ ਮਨ ਬਹੁਤ ਅਗਰੈਸਿਵ ਹੋ ਜਾਂਦਾ, ਬਹੁਤ ਕਾਹਲਾ ਪੈ ਜਾਂਦਾ, ਕਿ ਇੱਕ ਗੁਰਸਿੱਖ ਦੇ ਜੀਵਨ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਸਾਹਿਬ ਜੀ ਕਹਿੰਦੇ ਬਿਲਕੁਲ ਹੋਣੀ ਚਾਹੀਦੀ ਹੈ। ਗੁਰਸਿੱਖਾ ਮੈਂ ਤੈਨੂੰ ਦੱਸਦਾ, ਤੂੰ ਕਾਹਲ ਕਦੋਂ ਕਰਨੀ ਹੈ। ਬਾਣੀ ਦੇ ਬਚਨ ਨੇ, ਇਹ ਕਿਸ ਤਰ੍ਹਾਂ ਦੀ ਕਾਹਲ ਕਰੇ ਸਾਡਾ ਮਨ। ਖੰਭ ਵਿਕੰਦੜੇ ਜੇ ਲਾਹਾ, ਘਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਾਹਾ ਸੋ ਸੱਜਣ ਟੋਲ। ਜਦੋਂ ਤੈਨੂੰ ਪਤਾ ਲੱਗ ਜੇ ਮੇਰਾ ਸੱਜਣ ਕਿਤੇ ਦੂਰ ਬੈਠਾ ਹੈ, ਮੇਰਾ ਸਤਿਗੁਰੂ ਮੇਰੇ ਤੋਂ ਦੂਰ ਹੈ, ਮੈਂ ਦੂਰੀ ਬਣਾ ਕੇ ਬੈਠ ਗਿਆ, ਉਹਦੇ ਤੋਂ ਮੇਰਾ ਵਿਛੋੜਾ ਪੈ ਗਿਆ। ਜਦੋਂ ਤੈਨੂੰ ਪਤਾ ਲੱਗ ਜੇ ਮੈਂ ਪਿਆਰੇ ਨੂੰ ਮਿਲਣ ਵਾਸਤੇ ਇਸ ਧਰਤੀ ਤੇ ਆਇਆ ਹਾਂ, ਇਹ ਮਨੁੱਖਾ ਜਨਮ ਮਿਲਾਪ ਹਾਸਲ ਕਰਨ ਵਾਸਤੇ ਮਿਲਿਆ ਹੈ, ਉਦੋਂ ਫਿਰ ਦੇਰ ਨਾ ਕਰੀ। ਉਦੋਂ ਤੇਰੇ ਮਨ ਵਿੱਚ ਕਾਹਲ ਉੱਠੇ, ਗੱਲ ਕੱਲ ਤੇ ਨਾ ਪਾਈ। ਅਰਦਾਸ ਦਾ ਪੱਲਾ ਫੜ ਕੇ ਆਪਣੇ ਗੁਰੂ ਨੂੰ ਆਖੀ, ਮੇਰੇ ਮਾਲਕਾ ਮੇਰੇ ਅੰਦਰ ਇੱਕ ਕਾਹਲ ਉੱਠੀ ਹੈ, ਜਲਦਬਾਜ਼ੀ ਉੱਠੀ ਹੈ, ਤੇ ਮੇਰਾ ਮਨ ਕੀ ਕਰਦਾ, ਸਾਰੇ ਪੜ੍ਹਿਓ ਪਿਆਰ ਦੇ ਨਾਲ। ਜੇ ਖੰਭ ਮਿਲ ਜਾਣ ਬਜ਼ਾਰੀ, ਉੱਡ ਕੇ ਮੈਂ ਗੁਰਾਂ ਨੂੰ ਮਿਲਾਂ। ਜੇ ਖੰਭ ਮਿਲ ਜਾਣ ਬਜ਼ਾਰੀ,
ਉੱਡ ਕੇ ਮੈਂ ਗੁਰਾਂ ਨੂੰ ਮਿਲਾਂ। ਉੱਡ ਕੇ ਮੈਂ ਗੁਰਾਂ ਨੂੰ ਮਿਲਾਂ। ਖੰਭ ਮਿਲ ਜਾਣ ਬਜਾਰੀ, ਉੱਡ ਕੇ ਮੈਂ ਗੁਰਾਂ ਨੂੰ ਮਿਲਾਂ। ਜੇ ਖੰਭ ਮਿਲ ਜਾਣ ਬਜਾਰੀ, ਉੱਡ ਕੇ ਮੈਂ ਗੁਰਾਂ ਨੂੰ ਮਿਲਾਂ। ਜੇ ਖੰਭ ਮਿਲ ਜਾਣ ਬਜਾਰੀ, ਉੱਡ ਕੇ ਮੈਂ ਗੁਰਾਂ ਨੂੰ ਮਿਲਾਂ। ਉੱਡ ਕੇ ਮੈਂ ਗੁਰਾਂ ਨੂੰ ਮਿਲਾਂ। ਖੰਭ ਮਿਲ ਜਾਣ ਬਜਾਰੀ, ਉੱਡ ਕੇ ਮੈਂ ਗੁਰਾਂ ਨੂੰ ਮਿਲਾਂ। ਉੱਡ ਕੇ ਮੈਂ ਗੁਰਾਂ ਨੂੰ ਖੰਭ ਵਿਕੰਗੜੇ ਦੇ ਲਹਾ, ਕਿੰਨਾ ਸਾਵੀ ਤੋਲ। ਕੰਨ ਜੜਾਈ ਆਪਣੇ ਲਹਾ ਸੋ ਸੱਜਣ ਟੋਲ। ਕਿਤੇ ਬਾਜ਼ਾਰ ਵਿੱਚੋਂ ਮੁੱਲ ਵਿਕਦੇ ਮੈਨੂੰ ਖੰਭ ਮਿਲ ਜਾਣ, ਮੈਂ ਆਪਣਾ ਆਪ ਵੇਚ ਕੇ, ਆਪਣੀ ਜਿੰਦ ਜਾਨ ਵੇਚ ਕੇ ਉਹ ਖੰਭ ਲੈ ਲਵਾਂ ਤੇ ਆਪਣੇ ਨਾਲ ਜੜ ਲਵਾਂ ਉਹਨਾਂ ਖੰਭਾਂ ਨੂੰ। ਮੇਰੇ ਮਾਲਕਾ, ਤੈਨੂੰ ਮਿਲਣ ਦੀ ਕਾਲ ਦੇ ਵਿੱਚ ਇਹ ਕਿਰਿਆ ਕਰਾਂ ਤੇ ਉਡਾਰੀ ਭਰ ਕੇ ਉੱਡ ਕੇ ਆ ਜਾਵਾਂ ਤੇਰੇ ਦਰਸ਼ਨ ਕਰਨ ਵਾਸਤੇ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਤੇ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਬਾਹਰ ਨੂੰ ਉੱਡਦਾ ਨਾ ਮਨ, ਬਾਹਰ ਨੂੰ। ਜਦੋਂ ਅੰਦਰ ਜਗਿਆਸਾ ਜਾਗ ਪਈ, ਭੁੱਖ ਲੱਗ ਗਈ, ਪਿਆਰੇ ਦੇ ਮਿਲਾਪ ਦੀ ਤੜਪ ਉੱਠੀ ਗੁਰਮਖੋ, ਫਿਰ ਇਸ ਤਰ੍ਹਾਂ ਦੀ ਭਾਵਨਾ ਬਣੇਗੀ ਕਿ ਮੈਂ ਆਪਣੇ ਪਿਆਰੇ ਪ੍ਰੀਤਮ ਦੇ ਦੇਸ਼ ਜਾਣਾ ਤੇ ਮੈਂ ਉੱਡ ਕੇ ਜਾਵਾਂ, ਕਾਹਲੀ ਨਾਲ ਜਾਵਾਂ, ਜਜ਼ਬੇ ਨਾਲ ਜਾਵਾਂ, ਚਾਅ ਨਾਲ ਜਾਵਾਂ। ਅੱਜ ਕਿੱਥੇ ਆ ਚਾਅ ਗੁਰਮਖੋ? ਅੱਜ ਦੇਖਦੇ ਆ ਨਾ ਆਪਾਂ ਸਿੱਖ ਜਗਤ ਦੇ ਚਿਹਰਿਆਂ ਵੱਲ। ਪੰਜਾਬੀ ਦੇ ਅੱਖਰ ਨੇ ਉੱਡੂ ਪੁੱਡੂ ਹੋ ਗਿਆ ਸਭ ਕੁਝ, ਚਾਹ ਉੱਡ ਗਈ ਸਾਡੇ ਮਨ ਚੋਂ। ਆਹ ਜਿਹੜਾ ਇੰਟਰਨੈਟ, ਫੇਸਬੁੱਕਾਂ, YouTube ਸਾਡੇ ਅੰਦਰ ਗੰਦ ਪੈ ਰਿਹਾ ਨਾ ਗੁਰਮਖੋ, ਅੱਜ ਸਿੱਖਾਂ ਦੇ ਕੋਲ ਸਭ ਕੁਝ ਆ ਗਿਆ। ਘਰ ਸੋਹਣੇ ਬਣ ਗਏ, ਮਕਾਨ ਬਣ ਗਏ, ਇੱਜ਼ਤ ਆਬਰੂ ਬੜੀ ਹੈ, ਗੁਰਦੁਆਰੇ ਬੜੇ ਵੱਡੇ ਬਣ ਗਏ, ਪਰ ਆਨੰਦ ਆਉਣੋਂ ਹਟ ਗਿਆ, ਰਸ ਆਉਣੋਂ ਹਟ ਗਿਆ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਉਹ ਸਿੱਖਾ ਤੇਰੇ ਮਨ ਦੇ ਵਿੱਚ ਤੇ ਇੰਨਾ ਚਾਹ ਹੋਣਾ ਚਾਹੀਦਾ, ਗੁਰੂ ਨਾਨਕ ਦੇਵ ਮਹਾਰਾਜ ਦਾ ਸਿਰਫ ਨਾਮ ਹੀ ਲਵੇ ਕੋਈ ਤੇਰੇ ਸਾਹਮਣੇ ਤੇ ਤੇਰੀਆਂ ਅੱਖਾਂ 'ਚ ਪਾਣੀ ਸਿਮ ਜਾਏ। ਕਲਗੀਧਰ ਪਾਤਸ਼ਾਹ ਦਾ ਕੋਈ ਨਾਮ ਲਵੇ ਨਾ ਪਿਆਰ ਨਾਲ ਤੇਰੇ ਕੋਲ ਆ ਕੇ, ਤੇਰਾ ਮਨ ਜੁੜ ਜੇ, ਤੂੰ ਆਨੰਦਪੁਰ ਸਾਹਿਬ ਪਹੁੰਚ ਜਾਏ, ਮਹਾਰਾਜ ਦੇ ਚਰਨਾਂ ਤੇ ਤੇਰੀ ਸੁਰਤ ਜਾ ਕੇ ਮੱਥਾ ਟੇਕ ਆਵੇ। ਕਿੱਥੇ ਰਹਿ ਗਿਆ ਚਾਅ, ਕਿੱਥੇ ਚਲੇ ਗਿਆ ਖੇੜਾ? ਤੇ ਗੁਰਮਖੋ ਸਿੱਖੀ ਚਾਅ ਵਾਲਿਆਂ ਵਾਸਤੇ ਹੈ। ਇਹ ਨਹੀਂ ਕਿ ਆਪਾਂ ਉਦਾਸੇ ਮਨਾਂ ਨਾਲ ਆਈਏ। ਚਲੋ ਉਦਾਸੀ ਹੈ ਸਾਡੇ ਮਨ ਵਿੱਚ, ਪਰ ਇੱਥੇ ਬੈਠ ਕੇ ਤੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰਦੇ ਸਾਡੇ ਹਿਰਦੇ ਦੇ ਵਿਹੜੇ ਵਿੱਚ ਜਿਹੜਾ ਇਹ ਗੰਦ ਪੈ ਗਿਆ ਨਾ, ਬੁਰੇ ਵਿਚਾਰ ਪੈ ਗਏ ਨੇ, ਇਹ ਸ਼ਰਧਾ ਤੋਂ ਤੋੜਨ ਵਾਲੀਆਂ ਜਿਹੜੀਆਂ ਗੱਲਾਂ ਸਾਡੇ ਅੰਦਰ ਪੈ ਗਈਆਂ, ਭਾਵਨਾ ਜਿਹੜੀ ਸਾਡੀ ਤਹਿਸ ਨਹਿਸ ਹੋ ਗਈ ਹੈ, ਉਹ ਕਿਰਪਾ ਕਰਦੇ ਮਾਲਕਾ ਸਾਡੇ ਅੰਦਰ ਸ਼ਰਧਾ ਭਾਵਨਾ ਤੇ ਟਿਕਾ ਬਖਸ਼ਿਸ਼ ਕਰ। ਇਹ ਚਾਹ ਤੋਂ ਬਿਨਾਂ ਤੇ ਸਾਡਾ ਜਿਹੜਾ ਜੀਵਨ ਹੈ ਨਾ, ਉਹ ਬਲਦੇ ਹੋਏ ਅਗਨ ਸਾਗਰ ਦੀ ਨਿਆਈ ਬਣ ਚੁੱਕਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬੁੱਝ ਗਏ ਨੇ ਦੀਵੇ, ਖੇੜਾ ਨਜ਼ਰ ਨਹੀਂ ਆਉਂਦਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਚਾਹ ਦੇ ਨਾਲ ਤੁਰੇ ਜਾ ਰਹੇ, ਉਤਸ਼ਾਹ ਨਾਲ ਤੁਰੇ ਜਾ ਰਹੇ, ਮਨ ਬੜਾ ਕਾਹਲ ਦੇ ਵਿੱਚ ਹੈ।
ਇੱਕ ਕਵੀ ਨੇ ਬੜੇ ਪਿਆਰੇ ਬੋਲ ਲਿਖੇ ਨੇ, ਤੇਰੇ ਬਾਝੋਂ ਪਲਛਿਨ ਮੈਨੂੰ ਬਰਸ ਬਰਸ ਦਾ ਜਾਪੇ। ਹੈ ਗੁਰਬਾਣੀ ਦੇ ਅਰਥ ਨੇ ਗੁਰਮਖੋ, ਪਰ ਆਪਾਂ ਇਸ ਤਰ੍ਹਾਂ ਦੀ ਬਾਣੀ ਬਹੁਤ ਥੋੜੀ ਪੜ੍ਹਦੇ ਹਾਂ। ਮੈਂ ਤਾਂ ਹੈਰਾਨ ਹੋ ਜਾਂਦਾ ਗੁਰਮਖੋ, ਜਿਹੜੇ ਗੁਰੂ ਘਰ 'ਚ ਜਾਈਏ, ਜਿਹੜਾ ਵੀ ਸਮਾਗਮ ਹੁੰਦਾ ਇੱਕੋ ਕੰਮ ਲਈ ਹੁੰਦਾ ਕਿ ਸਾਡੇ ਬੱਚੇ ਦਾ ਅੱਜ ਜਨਮ ਦਿਨ ਹੈ। ਉਹ 4 ਸ਼ਬਦ ਨੇ ਜਿਹੜੇ ਰਾਗੀ ਸਿੰਘਾਂ ਨੂੰ ਤਿਆਰ ਕਰਵਾਏ ਹੋਏ ਆ, ਆਪਾਂ ਪੜ੍ਹ ਕੇ ਸੁਣਾਓ। ਪੂਤਾ ਮਾਤਾ ਕੀ ਅਸੀਸ, ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਪੜ੍ਹੋ, ਪੜ੍ਹਨੇ ਚਾਹੀਦੇ ਆ। ਪਰ ਜੇ ਕਿਤੇ ਕੋਈ ਗੁਰੂ ਕਾ ਪਿਆਰਾ ਕੀਰਤਨੀਆ ਇਹ ਸ਼ਬਦ ਪੜ੍ਹ ਦਵੇ, ਜਨਨੀ ਜਾਨਤ ਸੁਧ ਵੱਡਾ ਹੋਤ ਹੈ, ਇਤਨਾ ਕ ਨਾ ਜਾਣੈ ਕਿ ਦਿਨ ਦਿਨ ਅਵਧ ਘਟਤ ਹੈ। ਮਾਂ ਤੂੰ ਤੇ ਸਮਝਦੀ ਹੈ ਮੇਰਾ ਪੁੱਤਰ ਜਵਾਨ ਹੋ ਰਿਹਾ, ਪਰ ਤੈਨੂੰ ਕੀ ਪਤਾ ਤੇਰਾ ਪੁੱਤਰ ਤੇ ਛੋਟਾ ਹੋ ਰਿਹਾ, ਮੌਤ ਵੱਲ ਨੂੰ ਵੱਧ ਰਿਹਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕੋਈ ਇਹ ਸ਼ਬਦ ਪੜ੍ਹ ਦੇਵੇ ਤੇ ਆਪਾਂ ਦੁਬਾਰਾ ਉਹਦਾ ਕੀਰਤਨ ਸੁਣਨਾ ਪਸੰਦ ਨਹੀਂ ਕਰਾਂਗੇ। ਧਿਆਨ ਦੇਣਾ ਗੁਰਮਖੋ, ਇਹ ਵਿਛੋੜੇ ਦੇ ਸ਼ਬਦ, ਦੇ ਪਿਆਰ ਦੇ ਸ਼ਬਦ, ਤੇਰੇ ਬਾਝੋਂ ਪਲ ਛਿਨ ਮੈਨੂੰ ਬਰਸ ਬਰਸ ਦਾ ਜਾਪੇ। ਬਚਨ ਪੜ੍ਹਦੇ ਆ ਨਾ ਆਪਾਂ ਸਾਰੇ, ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾੜੇ। ਮਹਾਰਾਜ ਨੇ ਤੇ ਇੱਕ ਦਿਨ ਦੀ ਗੱਲ ਕੀਤੀ ਹੈ। ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾੜੇ, ਮਨ ਨਾ ਰਹਿ ਕੈਸੇ ਮਿਲੋ ਪਿਆਰੇ। ਸਾਰੇ ਪੜ੍ਹੇ ਹੋ ਕੇ ਪਿਆਰ ਦੇ ਵਿੱਚ ਲੀਨ ਹੋ ਕੇ ਭਾਈ ਜੇਠਾ ਜੀ ਕਿਸ ਭਾਵਨਾ ਦੇ ਨਾਲ ਤੁਰੇ ਜਾ ਰਹੇ ਨੇ। ਦਰਸ਼ਨ ਕੀ ਮਨ ਆਸ ਕਣੇਰੀ, ਦਰਸ਼ਨ ਕੀ ਮਨ ਆਸ ਕਣੇਰੀ, ਦਰਸ਼ਨ ਕੀ ਮਨ ਆਸ ਕਣੇਰੀ, ਦਰਸ਼ਨ ਮਨ ਆਸ ਕਣੇਰੀ। ਬੋਲੋ ਦਰਸ਼ਨ ਕੀ ਸਾਰੀ ਸੰਗਤ ਜਪੋ। ਦਰਸ਼ਨ ਕੀ ਮਨ ਆਸ ਕਣੇਰੀ, 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 ਦਰਸ਼ਨ ਕੀ ਸਾਰੀ ਸੰਗਤ ਜਪੋ। ਦਰਸ਼ਨ ਕੀ ਮਨ ਆਸ ਕਣੇਰੀ, ਦਰਸ਼ਨ ਕੀ ਮਨ ਆਸ ਕਣੇਰੀ, ਕੋਈ ਐਸਾ ਸੰਤ ਮੋਹ ਕੋ ਪਿਰਹਿ ਮਿਲਾਵੇ। 4 ਪਹਿਰ 4 ਜੁਗੈ ਸਮਾਨੇ, 4 ਦਿਨ ਦੇ ਪਹਿਰ ਮੇਰੇ ਮਾਲਕਾ 4 ਜੁਗਾਂ ਦੇ ਸਮਾਨ ਗੁਜ਼ਰਦੇ ਨੇ। ਰਹਿਣ ਭਈ ਤਬ ਅੰਤ ਨਾ ਜਾਣੈ। ਰਾਤ ਆਉਂਦੀ ਹੈ ਤੇ ਉਹ ਮੁੱਕਣ ਵਿੱਚ ਨਹੀਂ ਆਉਂਦੀ। ਪੰਜ ਦੂਤ ਮਿਲ ਪਿਰੋਂ ਵਿਛੋੜੀ, ਭਰਮ ਭਰਮ ਰੋਵੈ ਹਾਥ ਪਛੋੜੀ। ਜਨ ਨਾਨਕ ਕੋ ਹਰ ਦਰਸ ਦਿਖਾਇਆ, ਆਤਮ ਚੀਨ ਪਰਮ ਸੁਖ ਪਾਇਆ। ਤੇਰੇ ਬਾਝੋਂ ਪਲ ਛਿਨ ਮੈਨੂੰ ਬਰਸ ਬਰਸ ਦਾ ਜਾਪੇ। ਤੇਰੇ ਬਿਰਹੋ ਵਿਛੋੜੇ ਦੇ ਵਿੱਚ ਮਨ ਮੇਰਾ ਸੰਤਾਪੇ। ਖੰਭ ਟੁੱਟ ਕੇ ਦਾਤਾ ਜੇ ਮੈਨੂੰ ਲਾ ਦੇਵੇਂ ਇੱਕ ਵਾਰੀ, ਦਰ ਤੇਰੇ ਮੈਂ ਖਿੱਚਿਆ ਆਵਾਂ ਲੰਮੀ ਮਾਰ ਉਡਾਰੀ। ਭਾਈ ਜੇਠਾ ਜੀ ਤੁਰੇ ਜਾ ਰਹੇ ਨੇ, ਭੈਰੋਵਾਲ ਨਗਰ ਆ ਗਿਆ। ਇੱਥੇ ਕੀ ਦੇਖਦੇ ਨੇ ਕਿ ਅੰਬ ਦੇ ਵਿੱਚੋਂ ਰਸ ਚੋ ਰਿਹਾ, ਬੂੰਦਾਂ ਟਪਕ ਰਹੀਆਂ ਨੇ ਰਸ ਦੀਆਂ। ਅੰਬ ਦੇ ਵਿੱਚੋਂ ਰਸ ਨਹੀਂ ਚੋਂਦਾ, ਭਾਈ ਜੇਠਾ ਜੀ ਦਾ ਹਿਰਦਾ ਵੀ ਪਿਆਰ ਦੇ ਵਿੱਚ ਚੋ ਰਿਹਾ।
ਅੱਖਾਂ ਦੇ ਵਿੱਚੋਂ ਪਿਆਰ ਦੇ ਹੰਝੂ ਵਗ ਰਹੇ। ਉੱਥੇ ਖਲੋ ਕੇ ਅਰਦਾਸ ਕਰ ਦਿੱਤੀ। ਅਰਦਾਸ ਹੁੰਦੀ ਤਾਂ ਗੁਰਮੁਖੋ ਜੇ ਵਿਸ਼ਵਾਸ ਹੋਵੇ। ਵਿਸ਼ਵਾਸ ਤੇ ਅਰਦਾਸ ਇਹ ਦੋਨੋਂ ਇਕੱਠੇ ਚੱਲਣ। ਵਿਸ਼ਵਾਸ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਅਰਦਾਸ ਕੀਤੀ, ਪਿਆਰੇ ਪ੍ਰੀਤਮਾ ਅੰਬ ਲੈ ਕੇ ਆਇਆ ਸੀ ਤੈਨੂੰ ਛਕਾਉਣ ਵਾਸਤੇ, ਪਰ ਇਹਦੇ ਵਿੱਚੋਂ ਰਸ ਟਪਕਣ ਲੱਗ ਪਿਆ, ਇਹ ਖਰਾਬ ਹੋ ਜਾਣਾ। ਤੇਰੇ ਤੱਕ ਪਹੁੰਚਦਿਆਂ ਮੇਰੇ ਮਾਲਕਾ ਆਪਣੇ ਗਰੀਬ ਸਿੱਖ ਦੀ ਭੇਟਾ ਇੱਥੋਂ ਹੀ ਪ੍ਰਵਾਨ ਕਰ, ਆਪਣੀ ਰਸਨਾ ਨੂੰ ਇਹ ਅੰਬ ਛੁਹਾ ਲੈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਕੀਤੀ, ਅੰਬ ਛਕ ਲਿਆ। ਪਹੁੰਚ ਗਏ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਸੰਗਤਾਂ ਨੇ ਦੱਸਿਆ, ਭਾਈ ਜੇਠਾ ਜੀ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚੋਂ ਵਾਪਸ ਤੁਰੇ ਆਉਂਦੇ ਨੇ ਤੇ ਇਤਿਹਾਸ ਦੇ ਬਚਨ ਨੇ, ਗੁਰੂ ਅਮਰਦਾਸ ਮਹਾਰਾਜ ਜੀ ਸਿੰਘਾਸਣ ਤੋਂ ਉੱਠੇ, ਭਾਈ ਜੇਠਾ ਜੀ ਨੂੰ ਅੱਗੇ ਵੱਧ ਕੇ ਗਲ ਵਿੱਚ ਭਰ ਕੇ ਗਲਵੱਕੜੀ ਵਿੱਚ ਲੈ ਕੇ ਮਿਲੇ। ਪਹਿਚਾਨ ਨਹੀਂ ਆ ਰਹੀ ਕਿ ਗੁਰੂ ਕਿੱਥੇ ਆ ਤੇ ਸਿੱਖ ਕਿੱਥੇ ਆ। ਪਹਿਚਾਨ ਹੀ ਤੇ ਮਿਟਾਉਣੀ ਆ ਗੁਰਮੁਖੋ ਆਪਾਂ ਆਪਣੀ। ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਇਹ ਅਰਦਾਸ ਕਰੋ, ਸੱਚੇ ਪਾਤਸ਼ਾਹ ਸਾਡੀ ਜਿਹੜੀ ਪਹਿਲੀ ਪਹਿਚਾਨ ਹੈ ਨਾ ਉਹ ਮਿਟ ਜਾਏ ਤੇ ਤੇਰੀ ਜਿਹੜੀ ਪਹਿਚਾਨ ਹੈ ਉਹ ਸਾਡੇ ਜੀਵਨ ਦਾ ਅੰਗ ਬਣ ਜਾਏ। ਤੇਰੀ ਤੇ ਮੇਰੀ ਪਹਿਚਾਨ ਇੱਕ ਹੋ ਜੇ, ਤੇਰਾ ਤੇ ਮੇਰਾ ਘਰ ਇੱਕ ਹੋ ਜੇ, ਤੇਰਾ ਤੇ ਮੇਰਾ ਬਾਣਾ ਇੱਕ ਹੋ ਜੇ, ਤੇਰਾ ਤੇ ਮੇਰਾ ਟਿਕਾਣਾ ਇੱਕ ਹੋ ਜਾਏ, ਤੇਰਾ ਤੇ ਮੇਰਾ ਗਾਣਾ ਇੱਕ ਹੋ ਜਾਏ। ਮੇਰੀ ਪਹਿਚਾਨ ਮੁੱਕ ਜਾਏ, ਮੇਰੀ ਹੋਂਦ ਮਿਟ ਜਾਏ, ਮੇਰੀ ਹਸਤੀ ਮਿਟ ਜਾਏ। ਤੇ ਸੱਚ ਜਾਣਿਓ ਗੁਰਮੁਖੋ ਅੱਜ ਦਾ ਸਿੱਖ ਗੁਰਦੁਆਰੇ ਕੁਝ ਬਣ ਜਾਂਦਾ ਹੈ ਤੇ ਪ੍ਰਾਤਨ ਜਿਹੜੇ ਗੁਰਸਿੱਖ ਸਨ ਉਹ ਗੁਰੂ ਦੇ ਦਰ ਤੇ ਜਾ ਕੇ ਮਿਟਣ ਜਾਂਦੇ ਸੀ। ਤੇ ਜਿਹੜਾ ਗੁਰੂ ਦੇ ਦਰ ਤੇ ਜਾ ਕੇ ਮਿਟ ਜਾਂਦਾ ਨਾ ਗੁਰਮੁਖੋ, ਉਹ ਫਿਰ ਗੁਰੂ ਵਰਗਾ ਬਣ ਜਾਂਦਾ। ਗੁਰੂ ਉਹਨੂੰ ਫਿਰ ਆਪਣਾ ਰੂਪ ਦੇ ਦਿੰਦਾ ਹੈ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਕੇ ਭਾਈ ਜੇਠਾ ਜੀ ਬੈਠ ਕੇ ਸਾਰੀ ਸੰਗਤ ਬੜੀ ਬੇਤਾਬੀ ਨਾਲ ਦੇਖ ਰਹੀ ਹੈ ਇਸ ਨਜ਼ਾਰੇ ਨੂੰ, ਇਸ ਦ੍ਰਿਸ਼ ਨੂੰ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅਕਬਰ ਬਾਦਸ਼ਾਹ ਦੇ ਦਰਬਾਰ ਦੀ ਸਾਰੀ ਵਿਥਿਆ ਜਾਣੀ ਸੁਣੀ। ਬਾਅਦ ਵਿੱਚ ਪ੍ਰੇਮ ਦਾ ਬਚਨ ਬੋਲਿਆ, ਭਾਈ ਜੇਠਿਆ ਤੂੰ ਲਾਹੌਰ ਦੀ ਧਰਤੀ ਤੇ ਗਿਆ ਸੀ, ਸਾਡੇ ਵਾਸਤੇ ਕੀ ਲੈ ਕੇ ਆਇਆ? ਕੀ ਲੈ ਕੇ ਆਇਆ ਮੇਰੇ ਵਾਸਤੇ? ਹੱਥ ਜੋੜੇ ਨੇੜੇ ਹੋ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਚੋਲਾ ਭੇਟ ਕੀਤਾ ਸੀ, ਪਹੁੰਚਿਆ ਨਹੀਂ ਤੁਹਾਡੇ ਕੋਲ? ਨਹੀਂ ਪਹਿਨਿਆ ਆਪ ਜੀ ਨੇ? ਮੇਰੇ ਮਾਲਕਾ ਅਰਦਾਸ ਕਰਕੇ ਆਪ ਜੀ ਨੂੰ ਅੰਬ ਛਕਾਇਆ ਸੀ, ਕਿ ਆਪ ਜੀ ਨੇ ਛਕਿਆ ਨਹੀਂ? ਇਹ ਭਾਵਨਾ ਹੋਣੀ ਚਾਹੀਦੀ ਹੈ ਗੁਰਮੁਖੋ। ਗੁਰੂ ਤੇ ਸਾਡੀ ਭੇਟਾ ਲੈਂਦਾ, ਪਰ ਸਾਨੂੰ ਦੇਣ ਦੀ ਜਾਚ ਆ ਜਾਏ। ਗੁਰੂ ਨੂੰ ਨਾ ਅਲਾਂਭਾ ਦਿਓ ਕਿ ਗੁਰੂ ਛਕਦਾ ਨਹੀਂ, ਜਾਂ ਗੁਰੂ ਲੈਂਦਾ ਨਹੀਂ, ਜਾਂ ਗੁਰੂ ਬੋਲਦਾ ਨਹੀਂ। ਗੁਰੂ ਤੇ ਸਭ ਕੁਝ ਪ੍ਰਵਾਨ ਕਰਦਾ ਹੈ, ਗੁਰੂ ਨੂੰ ਉਲਾਂਭਾ ਨਹੀਂ। ਜੇ ਉਲਾਂਭਾ ਦੇਣਾ ਕਿਹਨੂੰ ਦੇਣਾ ਹੈ? ਦੱਦਾ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾ, ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ ਸਿੱਖਾ। ਤੈਨੂੰ ਹੀ ਭਰੋਸਾ ਨਹੀਂ ਰਹਿ ਗਿਆ ਗੁਰੂ ਦੇ ਉੱਤੇ, ਤੈਨੂੰ ਦੇਣ ਦੀ ਜਾਚ ਆਵੇ ਗੁਰੂ ਤੇ ਅੱਗੇ ਹੱਥ ਵਧਾ ਕੇ ਤੇਰੀ ਪ੍ਰੇਮ ਦੀ ਭੇਟਾ ਨੂੰ ਸਵੀਕਾਰ ਕਰਦਾ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਪਿਆਰ ਦੇ ਵਿੱਚ ਬੇਨਤੀ ਕੀਤੀ, ਸਾਹਿਬ ਜੀ ਜੇ ਆਪ ਜੀ ਨੇ ਚੋਲਾ ਨਹੀਂ ਪਹਿਨਿਆ ਨਾ, ਜੇ ਆਪ ਜੀ ਨੇ ਅੰਬ ਨਹੀਂ ਛਕਿਆ, ਤਾਂ ਮੇਰੀ ਭਾਵਨਾ ਦੇ ਵਿੱਚ ਕਮੀ ਹੈ, ਮੇਰੀ ਸ਼ਰਧਾ ਵਿੱਚ ਕਮੀ, ਮੇਰੇ ਜੀਵਨ ਵਿੱਚ ਕਮੀ ਹੈ। ਉਸੇ ਸਮੇਂ ਸਾਰੀ ਸੰਗਤ ਨੇ ਦੱਸਿਆ, ਭਾਈ ਜੇਠਿਆ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਤੇਰਾ ਦਿੱਤਾ ਹੋਇਆ ਚੋਲਾ ਵੀ ਪਹਿਨਿਆ। ਕਵੀ ਸੰਤੋਖ ਸਿੰਘ ਜੀ ਤੇ ਇੱਥੋਂ ਤੱਕ ਲਿਖਦੇ ਨੇ, ਭਾਈ ਬੱਲੂ ਨੂੰ ਆਵਾਜ਼ ਦੇ ਕੇ ਅੰਬ ਦੀ ਗੁਟਲੀ ਮਹਾਰਾਜ ਜੀ ਨੇ ਮੰਗਾ ਕੇ ਸੰਗਤ ਦੇ ਸਾਹਮਣੇ ਦਿਖਾ ਦਿੱਤੀ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਬਚਨ ਪੜ੍ਹ ਰਹੇ ਸੀ, ਸਾਨੂੰ ਸੁਨੇਹਾ ਦੇਣਾ ਆ ਜੇ।
ਸਾਨੂੰ ਆਵਾਜ਼ ਦੇਣੀ ਆ ਜੇ, ਸਾਨੂੰ ਬਾਹਰਲੀਆਂ ਅੱਖਾਂ ਬੰਦ ਕਰਕੇ ਦਿਲ ਦੀਆਂ ਅੱਖਾਂ ਖੋਲਣੀਆਂ ਆ ਜਾਣ। ਸਾਜਨ ਦੇਸ ਵਿਦੇਸੀ ਏੜੇ ਸਾਨੇਹੜੇ ਦਿੰਦੀ, ਸਾਰ ਸੰਭਾਲੇ ਦਿਨ ਸਜਣਾ। ਮੁੰਦ ਨੈਣ ਭਰਿੰਦੀ, ਮੁੰਦ ਨੈਣ ਭਰਿੰਦੀ, ਗੁਣ ਸਾਰਿੰਦੀ। ਕਿਉਂ ਪ੍ਰਭ ਮਿਲਾਂ ਪਿਆਰੇ, ਮੇਰੇ ਤੋਂ ਨਹੀਂ ਮਿਲਿਆ ਜਾਣਾ, ਮੈਨੂੰ ਤੇ ਸਹੀ ਰਸਤਾ ਹੀ ਨਹੀਂ ਪਤਾ। ਮਾਰਗ ਪੰਥ ਨਾ ਜਾਣੋ, ਵਿਖੜਾ ਕਿਉਂ ਪਾਈਐ ਫਿਰ ਪਾਰੇ। ਬੜਾ ਔਖਾ ਰਸਤਾ ਤੇਰੇ ਮਿਲਾਪ ਦਾ। ਫਿਰ ਆਵਾਜ਼ ਆਉਂਦੀ ਗੁਰਮੁਖੋ, ਉਹ ਆਵਾਜ਼ ਕੀ ਹੈ ਸਮਝ ਲਿਓ। ਸਤਿਗੁਰੂ ਸ਼ਬਦੀ ਮਿਲੈ ਵਿਛੁੰਨੀ, ਤਨ ਮਨ ਆਗੇ ਰੱਖ। ਤਨ ਤੇ ਮਨ ਰੱਖ ਦੇ, ਸ਼ਬਦ ਨਾਲ ਜੁੜ ਜਾ, ਬਾਣੀ ਨਾਲ ਜੁੜ ਜਾ। ਜੇ ਮਿਲਣਾ ਉਸ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਹੈ, ਉਹਦੇ ਵਿੱਚ ਲੀਨ ਹੋਣਾ ਹੈ, ਇਹ ਰਸਤਾ ਹੈ। ਸਤਿਗੁਰ ਸ਼ਬਦੀ ਮਿਲੈ ਵਿਛੁੰਨੀ, ਤਨ ਮਨ ਆਗੇ ਰੱਖੈ। ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ, ਮਿਲ ਪ੍ਰੀਤਮ ਰਸ ਚਾਖੈ। ਫਿਰ ਤੇਰੇ ਅੰਦਰ ਉਹ ਦਰਖਤ ਫੁੱਟੇਗਾ ਜਿਹਦੇ ਵਿੱਚ ਅੰਮ੍ਰਿਤ ਝਰਦਾ ਹੈ, ਤੇ ਉਹ ਪ੍ਰੀਤਮ ਦੇ ਮਿਲਾਪ ਵਿੱਚ ਰਹਿੰਦਾ ਹੋਇਆ ਸਦਾ ਵਾਸਤੇ ਉਸ ਅੰਮ੍ਰਿਤ ਬਿਰਖ ਦੇ ਅੰਮ੍ਰਿਤ ਫਲਾਂ ਨੂੰ ਚੱਖ ਕੇ ਆਪਣੇ ਜੀਵਨ ਦੇ ਅਸਲ ਆਨੰਦ ਨੂੰ ਮਾਣ ਸਕੇਗਾ। ਸਮਾਂ ਸਮਾਪਤ ਹੋ ਗਿਆ। ਵਿਚਾਰ ਕਰਦੇ ਹਾਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ, ਭੁੱਲਾਂ, ਚੁੱਕਾਂ, ਬੇਅਦਬੀਆਂ ਸਰਬੱਤ ਸੰਗਤ ਨੇ ਖਿਮਾ ਕਰਨੀਆਂ। ਆਓ ਇਸੇ ਤਰ੍ਹਾਂ ਰਹਿੰਦੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਲੈਣੇ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਆਨੰਦ ਸਾਹਿਬ ਜੀ ਦੇ ਕੀਰਤਨ ਨਾਲ ਜੁੜੀਏ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ। ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਹਿਜ ਸਿੱਧੀ ਮਨ ਜਿਆਵਾਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਸਭ ਕੁਛ ਹੈ ਜਿਸਨੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਆਪ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਲੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗੁਨਾਇਆ। ਹਰ ਸਾਥ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਗੁਰਬਾਨ ਪਿਤਾ ਗੁਰ ਵਿਟੋ, ਜਿਸਨੇ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਤਿਸ ਘਰ ਸੁਭਾਗੈ। ਹਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਜ ਜੂਤ ਤੁਧ ਵਾਸੇ, ਤੇ ਕਾਲ ਕੰਠ ਤੁਮਾਰਿਆ। ਗੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਸੰਤ ਹੋਆ, ਤਿਤ ਬਾਰੇ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਹਰ ਨਾਮ ਪ੍ਰਭ ਪਾਇਆ, ਕਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਤਰੇ, ਸੁਣੀ ਸੱਚੀ ਬਾਣੀ। ਰਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਵੰਦਨ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਪਾਵਨ ਗੁਰੂ ਪਾਣੀ, ਪਿਤਾ ਮਾਤਾ ਧਰਮ
ਜਿਸ ਰਾਤ ਕੋਈ ਦਾਈ ਦਇਆ ਚਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਧਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਪੂਜਲੇ ਕੀਤੀ ਸੁਖੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਪੂਜਲੇ ਕੀਤੀ ਸੁਖੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ